ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ-ਬਹੁਤ ਧੰਨਵਾਦ ਜੀ। ਸੋ ਹੁਣ ਸਵਈਆਂ ਦੇ ਵਿਚਾਰ ਸ਼ੁਰੂ ਕਰਦੇ ਹਾਂ ਜੀ। ਪਿਛਲੀ ਕਲਾਸ ਵਿੱਚ ਅਸੀਂ ਸਵਈਏ ਨੰਬਰ 18 ਤੱਕ ਜੋ ਸਵਈਏ ਮਹੱਲੇ ਤੀਜੇ ਕੇ ਦੇ ਵਿੱਚ ਸਨ, ਉਹਨਾਂ ਦੇ ਅਖੀਰਲੇ 4 ਸਵਈਏ ਪੱਟ ਕੀਰਤ ਜੀ ਦੇ ਉਚਾਰਨ ਕੀਤੇ ਹੋਏ ਸਨ। ਅਖੀਰਲੇ ਸਵਈਏ 'ਚ ਪੱਟ ਕੀਰਤ ਜੀ ਨੇ ਫਰਮਾਇਆ ਸੀ, ਅਗੰਮ ਅਲਖ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ ਅਮਰਦਾਸ ਕਰਨ ਕਰਨ ਜਿਵ ਤੂ ਰੱਖੈ ਤਿਵ ਰਹੋ। हे ਅਗੰਮ ਰੂਪ ਸਤਿਗੁਰੂ, हे ਅਲਖ ਹਰੀ ਦਾ ਰੂਪ ਗੁਰੂ, हे ਕਾਰਨ ਪੁਰਖ ਰੂਪ ਗੁਰੂ ਅਮਰਦਾਸ ਜੀ, ਜਿਵੇਂ ਤੁਸੀਂ ਹੁਕਮ ਕਰਦੇ ਹੋ ਮੈਂ ਉਹੀ ਆਖਦਾ ਹਾਂ। हे ਸ੍ਰਿਸ਼ਟੀ ਦੇ ਕਰਤਾ ਦਾ ਰੂਪ ਗੁਰੂ ਅਮਰਦਾਸ ਜੀ, ਜਿਵੇਂ ਤੁਸੀਂ ਮੈਨੂੰ ਰੱਖਦੇ ਹੋ ਤਿਵੇਂ ਹੀ ਮੈਂ ਰਹਿੰਦਾ ਹਾਂ। ਹੁਣ ਅਗਲੇ ਜੋ 2 ਸਵਈਏ ਹਨ ਉਹ ਭੱਟ ਭਿੱਖਾ ਜੀ ਦੇ ਉਚਾਰਨ ਕੀਤੇ ਹੋਏ ਹਨ ਔਰ ਉਹਨਾਂ ਦੇ ਉੱਪਰ ਇੱਕ ਸਿਰਲੇਖ ਵੀ ਹੈ, ਭਿੱਖੇ ਕੇ। ਇਹਦਾ ਭਾਵ ਹੈ ਕਿ ਇਹ ਦੋਨੋਂ ਸਵਈਏ ਭੱਟ ਭਿੱਖਾ ਜੀ ਦੇ ਉਚਾਰਨ ਕੀਤੇ ਹੋਏ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਨੁਸਾਰ ਇਹਨਾਂ ਭੱਟਾਂ ਦਾ ਜੋ ਜੱਥਾ ਆਇਆ ਸੀ ਉਹਦੇ ਇੰਚਾਰਜ ਜਿਹੜੇ ਸਨ ਉਹ ਜਿਹੜੇ ਕਲ ਸਹਾਰ ਜੀ ਸਨ, ਉਹਦੇ ਪਿਤਾ ਜੀ ਭੱਟ ਭਿੱਖਾ ਜੀ ਸਨ। ਬਾਕੀ ਦੇ ਉਹਨਾਂ ਵਿੱਚੋਂ ਕਈ ਉਹਨਾਂ ਦੇ ਬੇਟੇ ਔਰ ਉਹਨਾਂ ਦੇ ਹੋਰ ਫੈਮਿਲੀ ਮੈਂਬਰਸ ਵੀ ਸਨ। ਉਹ ਇਸ ਸਵਈਏ ਦੇ ਵਿੱਚ ਭੱਟ ਭਿੱਖਾ ਜੀ ਆਪਣੀ ਗੱਲ ਆਰੰਭ ਕਰਦੇ ਹਨ। ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ, ਸੱਚ ਸੱਚ ਜਾਣੀਐ ਇਕ ਚਿਤੈ ਲਿਵ ਲਾਵੈ, ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੈ, ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੈ, ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੈ ਜਿਨ ਕਿਛ ਕੀਓ, ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ। ਉਹ ਇਹਦੇ ਅੰਦਰ ਜੋ ਇਹ ਲਫ਼ਜ਼ ਹੈ ਮਿਲਿਓ, ਪਹਿਲੀ ਪੰਕਤੀ 'ਚ ਗੁਰ ਗਿਆਨ ਆਖਰੀ ਪੰਕਤੀ ਦੇ ਅੰਦਰ ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ। ਉਹ ਇਹ ਲੱਲੇ ਦੇ ਥੱਲੇ ਜੋ ਹੈ ਉਹ ਅੱਧਾ ਯਈਆ ਪਿਆ ਹੋਇਆ ਹੈ ਤੇ ਉਸ ਤਰੀਕੇ ਨਾਲ ਇਹਦਾ ਉਚਾਰਨ ਜਿਹੜਾ ਯਈਏ ਨੂੰ ਮਿਲ ਕੇ ਮਿਲਿਓ, ਉਸ ਤਰ੍ਹਾਂ ਅੱਧੇ ਯਈਏ ਦੀ ਵਿੱਚ ਆਵਾਜ਼ ਆਏਗੀ। ਵਈਏ ਦਾ ਆਰੰਭ ਭੱਟ ਭਿੱਖਾ ਜੀ ਕਰਦੇ ਹਨ, ਗੁਰ ਗਿਆਨ ਔਰ ਧਿਆਨ ਤਤ ਸਿਉ ਤਤ ਮਿਲਾਵੈ। ਤਤ ਦਾ ਅਰਥ ਹੈ ਜੋ ਪਹਿਲਾ ਲਫ਼ਜ਼ ਆਇਆ ਤਤ, ਉਹਦਾ ਅਰਥ ਹੈ ਪਰਮਾਤਮਾ ਜੋ ਸਭ ਦਾ ਮੂਲ ਹੈ। ਤੇ ਦੂਸਰੇ ਤਤ ਦਾ ਅਰਥ ਹੈ ਉਸੇ ਹੀ ਮੂਲ ਦਾ ਅੰਸ਼ ਭਾਵ ਜੀਵ ਆਤਮਾ। तो तत् स्यों तत् ਦਾ ਮਿਲਾਨ ਤੋਂ ਭਾਵ ਹੈ ਕਿ ਆਤਮਾ ਦਾ ਮਿਲਾਪ ਪਰਮਾਤਮਾ ਦੇ ਨਾਲ। ਤੋ ਇਸ ਸਵਈਏ ਵਿੱਚ ਵੀ ਭੱਟ ਭਿੱਖਾ ਜੀ ਗੁਰੂ ਅਮਰਦਾਸ ਪਾਤਸ਼ਾਹ ਦੀ ਹੀ ਸਿਫਤ ਕਰ ਰਹੇ ਹਨ ਕਿ ਗੁਰ ਗਿਆਨ ਔਰ ਧਿਆਨ। ਗੁਰੂ ਅਮਰਦਾਸ ਜੀ ਗਿਆਨ ਰੂਪ ਹਨ ਔਰ ਅਤੇ ਧਿਆਨ ਰੂਪ ਹਨ। ਭਾਵ ਕੀ ਹੈ ਕਿ ਗੁਰੂ ਅਮਰਦਾਸ ਜੀ ਦਾ ਪੂਰਨ ਗਿਆਨ ਦੇ ਗਿਆਤਾ ਹਨ ਅਤੇ ਉਹਨਾਂ ਦਾ ਧਿਆਨ ਪੂਰੀ ਦ੍ਰਿੜਤਾ ਵਾਲਾ ਹੈ, ਜਿਸ ਦੇ ਰਾਹੀਂ ਗੁਰੂ ਅਮਰਦਾਸ ਜੀ ਨੇ ਆਪਣੇ ਆਤਮੇ ਨੂੰ ਉਸ ਪਰਮ ਆਤਮਾ ਦੇ ਨਾਲ ਮਿਲਾ ਲਿਆ ਹੈ। तो गुर ज्ञान और ध्यान तत् स्यों तत् मिलावै। ਗੁਰੂ ਅਮਰਦਾਸ ਜੀ ਗਿਆਨ ਰੂਪ ਹਨ, ਧਿਆਨ ਰੂਪ ਹਨ ਅਤੇ ਉਹਨਾਂ ਨੇ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ ਹੋਇਆ ਹੈ, ਮਿਲਾਇਆ ਹੋਇਆ ਹੈ। ਦੂਸਰੀ ਪੰਕਤੀ 'ਚ ਫਰਮਾਉਂਦੇ ਹਨ, ਸੱਚ ਸੱਚ ਜਾਣੀਐ
ਇੱਕ ਚਿੱਤ ਹੈ ਲਿਵ ਲਾਵੇ। ਪਹਿਲੇ ਸੱਚ ਦਾ ਜੋ ਸਪੈਲਿੰਗ ਹੈ ਉਹ ਚੱਚੇ ਨੂੰ ਸਿਹਾਰੀ ਹੈ, ਦੂਜੇ ਸੱਚ ਦੇ ਚੱਚੇ ਨੂੰ ਔਂਕੜ ਹੈ। ਜੋ ਸੱਚ ਸਿਹਾਰੀ ਵਾਲਾ ਹੈ ਉਹਦਾ ਅਰਥ ਹੈ ਸੱਚ ਦੇ ਵਿੱਚ। ਉਹ ਸੱਚ ਅਕਾਲ ਪੁਰਖ ਦਾ ਸੂਚਕ ਹੈ, ਜਿਹਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ, ਸਦਾ ਥਿਰ ਰਹਿਣ ਵਾਲਾ ਅਕਾਲ ਪੁਰਖ। ਸੱਚ ਤੇ ਦੂਜਾ ਸੱਚ ਜਾਣੀਏ ਦਾ ਅਰਥ ਹੋ ਗਿਆ ਕਿ ਉਸ ਸਤਿਗੁਰੂ ਨੂੰ ਵੀ ਉਸੇ ਹਰੀ ਦਾ ਹੀ ਰੂਪ ਜਾਣਨਾ ਚਾਹੀਦਾ ਹੈ। ਸੱਚ ਦੇ ਵਿੱਚ ਜੁੜੇ ਹੋਣ ਕਰਕੇ ਗੁਰੂ ਅਮਰਦਾਸ ਜੀ ਨੂੰ ਵੀ ਸੱਚ ਦਾ ਹੀ ਰੂਪ, ਉਸ ਹਰੀ ਦਾ ਹੀ ਰੂਪ ਜਾਣਨਾ ਚਾਹੀਦਾ ਹੈ। ਸੱਚ ਸੱਚ ਜਾਣੀਏ, ਇੱਕ ਚਿੱਤ ਹੈ ਲਿਵ ਲਾਵੇ। ਗੁਰੂ ਅਮਰਦਾਸ ਜੀ ਇੱਕ ਚਿੱਤ ਹੋ ਕੇ, ਇਕਾਗਰ ਚਿੱਤ ਹੋ ਕੇ ਪਰਮਾਤਮਾ ਦੇ ਨਾਲ ਆਪਣੀ ਲਿਵ, ਆਪਣੀ ਸੁਰਤ ਨੂੰ ਜੋੜ ਲੈਂਦੇ ਹਨ। ਅਗਲੀ ਪੰਕਤੀ 'ਚ ਫਰਮਾਉਂਦੇ ਹਨ, ਕਾਮ ਕ੍ਰੋਧ ਵਸ ਕਰੈ, ਪਵਨ ਉਡੰਤ ਨ ਧਾਵੈ। ਗੁਰੂ ਅਮਰਦਾਸ ਜੀ ਕਾਮ ਅਤੇ ਕ੍ਰੋਧ ਨੂੰ, ਭਾਵ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਵਸ ਵਿੱਚ ਕਰ ਲੈਂਦੇ ਹਨ। ਵਸ ਦੇ ਸੱਸੇ ਨੂੰ ਸਿਹਾਰੀ ਹੈ, ਵਸ ਵਿੱਚ, ਆਪਣੇ ਵਸ ਵਿੱਚ ਕਰ ਲੈਂਦੇ ਹਨ। ਉਹਨਾਂ ਨੇ ਵਸ ਵਿੱਚ ਕੀਤਾ ਹੋਇਆ ਹੈ। ਅਤੇ ਪਵਨ ਉਡੰਤ ਨ ਧਾਵੈ। ਹਵਾ, ਪਵਨ ਦਾ ਜੋ ਅਖਰੀ ਅਰਥ ਹੁੰਦਾ ਹੈ ਉਹ ਹੁੰਦਾ ਹੈ ਹਵਾ। ਇੱਥੇ ਉਹਦਾ ਭਾਵ ਅਰਥ ਹੈ ਹਵਾ ਦੇ ਵਾਂਗ ਚੰਚਲ ਮਨ। ਜਿਵੇਂ ਹਵਾ ਚੰਚਲ ਹੁੰਦੀ ਹੈ, ਇੱਕ ਜਗ੍ਹਾ ਟਿਕੀ ਨਹੀਂ ਰਹਿੰਦੀ, ਵਗਦੀ ਰਹਿੰਦੀ ਹੈ, ਕਦੀ ਤੇਜ਼ ਕਦੀ ਹੌਲੀ, ਲੇਕਿਨ ਉਹਦੇ ਵਿੱਚ ਗਤੀ ਹੁੰਦੀ ਹੈ, ਹਮੇਸ਼ਾ ਚੱਲਦੀ ਹੈ। ਇਵੇਂ ਹੀ ਇਹ ਮਨ ਸਾਡਾ ਜਿਹੜਾ ਹੈ ਇਹ ਵੀ ਚੰਚਲ ਹੈ, ਇਹ ਟਿਕ ਕੇ ਨਹੀਂ ਰਹਿੰਦਾ। ਤੋ ਇਸ ਹਵਾ ਵਰਗੇ ਚੰਚਲ ਮਨ ਨੂੰ ਉਡੰਤ ਨਾ ਧਾਵੈ। ਉਹਨਾਂ ਦਾ ਮਨ ਉੱਡ ਕੇ ਦੌੜਦਾ ਨਹੀਂ ਹੈ, ਭਾਵ ਉਹਨਾਂ ਦਾ ਮਨ ਚੰਚਲ ਨਹੀਂ ਹੈ, ਉਹ ਟਿਕਿਆ ਹੋਇਆ ਹੈ। ਆਮ ਹਾਲਾਤਾਂ ਦੇ ਵਿੱਚ ਜੋ ਮਨ ਦੀ ਨੇਚਰ ਹੈ, ਜੋ ਮਨ ਦੀ ਬਿਰਤੀ ਹੈ, ਉਹ ਹੈ ਚੰਚਲਤਾਈ ਵਾਲੀ। ਪਰ ਗੁਰੂ ਅਮਰਦਾਸ ਜੀ ਨੇ ਕਿਉਂਕਿ ਵਿਕਾਰਾਂ ਨੂੰ ਆਪਣੇ ਵਸ 'ਚ ਕੀਤਾ ਹੋਇਆ ਹੈ, ਇਸ ਕਰਕੇ ਉਹਨਾਂ ਦਾ ਜੋ ਚੰਚਲ ਮਨ ਹੈ ਉਹ ਟਿਕਾ ਦੇ ਵਿੱਚ ਹੈ, ਔਰ ਉਹ ਉੱਡ ਕੇ ਇੱਧਰ ਉੱਧਰ ਦੌੜਦਾ ਨਹੀਂ ਹੈ, ਟਿਕਿਆ ਹੋਇਆ ਹੈ। ਨਿਰੰਕਾਰ ਕੈ ਵਸੈ ਦੇਸ, ਹੁਕਮ ਬੁਝ ਵਿਚਾਰ ਪਾਵੈ। ਗੁਰੂ ਅਮਰਦਾਸ ਜੀ ਨਿਰੰਕਾਰ ਦੇ ਦੇਸ਼ ਦੇ ਵਿੱਚ ਟਿਕੇ ਰਹਿੰਦੇ ਹਨ। ਭਾਵ ਕੀ ਹੈ ਕਿ ਉਹਨਾਂ ਦੀ ਸੁਰਤ ਹਮੇਸ਼ਾ ਅਕਾਲ ਪੁਰਖ ਦੇ ਨਾਲ ਜੁੜੀ ਰਹਿੰਦੀ ਹੈ। ਉਹਨਾਂ ਦੀ ਸੁਰਤ ਉਹਦੇ ਨਾਲ ਹੀ ਹਮੇਸ਼ਾ ਟਿਕੀ ਰਹਿੰਦੀ ਹੈ, ਤੇ ਉਹ ਭਟਕਦੀ ਨਹੀਂ ਹੈ। ਆਮ ਇਨਸਾਨ ਦੀ ਸੁਰਤ ਜਿਹੜੀ ਹੈ ਉਹ ਕਈ ਪਾਸੇ ਭਟਕਦੀ ਹੈ। ਜਿਵੇਂ ਮਨ ਭਟਕਦਾ ਹੈ, ਸੁਰਤ ਵੀ ਭਟਕਦੀ ਹੈ। ਕਦੀ ਰਸਾਂ ਕਸਾਂ ਦੇ ਵਿੱਚ, ਦੁਨਿਆਵੀ ਰਸਾਂ ਦੇ ਵਿੱਚ, ਕਦੀ ਸਰੀਰਕ ਰਸਾਂ ਦੇ ਵਿੱਚ, ਕਦੀ ਮਨ ਦੇ ਰਸਾਂ ਦੇ ਵਿੱਚ, ਕਦੀ ਕਿਸੇ ਦੇ ਨਾਲ ਵੈਰ ਵਿਰੋਧ ਦੇ ਵਿੱਚ। ਤੋ ਪਰ ਗੁਰੂ ਅਮਰਦਾਸ ਜੀ ਦੀ ਸੁਰਤ ਜਿਹੜੀ ਹੈ ਉਹ ਹਮੇਸ਼ਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀ ਰਹਿੰਦੀ ਹੈ। ਹੁਕਮ ਬੁਝ ਵਿਚਾਰ ਪਾਵੈ। ਉਹ ਪ੍ਰਭੂ ਦਾ ਹੁਕਮ ਪਛਾਣ ਕੇ ਉਹਨਾਂ ਨੇ ਗੁਰੂ ਦੀ ਵਿਚਾਰ, ਪਰਮਾਤਮਾ ਦੀ ਜੋ ਵਿਚਾਰ ਹੈ ਉਹ ਪ੍ਰਾਪਤ ਕੀਤੀ ਹੈ, ਜਿਹਦਾ ਸਦਕਾ ਉਹਨਾਂ ਦੀ ਸੁਰਤ ਹਮੇਸ਼ਾ ਪਰਮਾਤਮਾ ਦੇ ਨਾਮ ਦੇ ਨਾਲ ਟਿਕੀ ਰਹਿੰਦੀ ਹੈ। ਕਲ ਮਾਹੇ ਰੂਪ ਕਰਤਾ ਪੁਰਖ, ਸੋ ਜਾਣੇ ਜਿਨ ਕਿਛ ਕੀਓ। ਕਲ ਮਾਹੇ, ਕਲ ਕਲਯੁਗ ਦੇ ਵਾਸਤੇ ਲਫ਼ਜ਼ ਆਇਆ ਹੈ। ਇਹ ਜੋ ਕਲਯੁਗ ਦਾ ਲਫ਼ਜ਼ ਹੈ ਇਹ ਮੂਲ ਰੂਪ ਦੇ ਵਿੱਚ ਪੁਰਾਤਨ ਹਿੰਦੂ ਲਿਟਰੇਚਰ ਦੇ ਵਿੱਚੋਂ ਹੀ ਲਫ਼ਜ਼ ਆਇਆ ਹੈ। ਉਹਨਾਂ ਨੇ ਸਮੇਂ ਦੀ ਵੰਡ ਕੀਤੀ ਹੈ 4 ਯੁਗਾਂ ਦੇ ਅੰਦਰ, ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ। ਉਹਨਾਂ ਦੀ ਧਰਮ ਪੁਸਤਕਾਂ ਦੇ ਅੰਦਰ ਇਹਨਾਂ ਦੀਆਂ ਵੱਖ-ਵੱਖ ਅਵਧੀਆਂ ਲਿਖੀਆਂ ਹੋਈਆਂ ਹਨ। ਸਤਯੁਗ ਕਿੰਨੇ ਲੱਖ, ਕਿੰਨੇ ਹਜ਼ਾਰ ਸਾਲ, ਫਿਰ ਉਸ ਤੋਂ ਥੋੜਾ ਛੋਟਾ ਤ੍ਰੇਤਾ ਯੁਗ, ਫਿਰ ਦੁਆਪਰ ਤੇ ਉਸ ਤੋਂ ਛੋਟਾ ਕਲਯੁਗ। ਇਹਨਾਂ ਦੀ ਉਮਰ ਕੋਈ ਲੱਖਾਂ ਸਾਲਾਂ ਦੇ ਵਿੱਚ ਲਿਖੀ। ਸਤਯੁਗ ਦੀ 16 ਲੱਖ ਦੇ ਕਰੀਬ, ਤ੍ਰੇਤੇ ਦੀ 12 ਲੱਖ, ਦੁਆਪਰ ਦੀ 8 ਲੱਖ ਤੇ ਕਲਯੁਗ ਦੀ 4 ਲੱਖ ਸਾਲ ਉਮਰ ਲਿਖੀ ਹੋਈ ਹੈ। ਫਿਰ ਇਹ ਵੀ ਉਹਨਾਂ ਦੇ ਧਰਮ ਪੁਸਤਕਾਂ 'ਚ ਮੈਂਸ਼ਨ ਕੀਤਾ ਜਾਂਦਾ ਹੈ ਕਿ ਸਤਯੁਗ ਜਿਹੜਾ ਸੀਗਾ ਉਹਦੇ ਵਿੱਚ ਧਰਮ, ਸਾਰੇ ਲੋਕ ਜਿਹੜੇ ਸਨ ਧਰਮੀ ਹੁੰਦੇ ਸਨ। ਹਾਲਾਂਕਿ ਉਹਨਾਂ ਦੀ ਆਪਣੀਆਂ ਕਹਾਣੀਆਂ ਹੀ ਇਸ ਚੀਜ਼ ਨੂੰ ਕੰਡਮ ਕਰਦੀਆਂ, ਕੰਟਰਾਡਿਕਟ ਕਰਦੀਆਂ ਹਨ। ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਸਤਯੁਗ ਦੇ ਵਿੱਚ ਧਰਮ ਦੇ ਚਾਰੋਂ ਪੈਰ ਸਾਬਤ ਸਨ। ਤ੍ਰੇਤੇ ਦੇ ਵਿੱਚ ਇੱਕ ਪੈਰ ਟੁੱਟ ਗਿਆ ਤੇ 3 ਪੈਰ ਰਹਿ ਗਏ। ਦੁਆਪਰ ਵਿੱਚ 2 ਰਹਿ ਗਏ
ਤੇ ਕਲਯੁਗ ਵਿੱਚ ਬਸ ਇੱਕੋ ਇੱਕ ਪੈਰ ਦੇ ਉੱਤੇ ਧਰਮ ਖੜਾ ਹੈ। ਇਹ ਹੈ ਤਾਂ ਪੁਰਾਤਨ ਮਿਥਿਹਾਸਕ ਮਨੋਤ ਹੈ, ਪਰ ਇਹ ਆਮ ਪ੍ਰਚਲਿਤ ਬਹੁਤ ਜ਼ਿਆਦਾ ਹੈ ਸ਼ਬਦਾਵਲੀ। ਆਮ ਦੁਨੀਆ ਦੀ ਗੱਲ ਕਰਨ ਵਾਸਤੇ, ਸੰਸਾਰ ਦੀ ਗੱਲ ਕਰਨ ਵਾਸਤੇ ਵੀ ਕਹਿੰਦੀ ਹੈ ਕਿ ਕਲਯੁਗ ਹੈ। ਇਸ ਕਲ ਦੇ ਅੰਦਰ, ਇਸ ਜਗਤ ਦੇ ਅੰਦਰ, ਤਾਂ ਉੱਥੇ ਹੀ ਕਲਯੁਗ ਦਾ ਵੀ ਲਫ਼ਜ਼ ਵਰਤਿਆ ਜਾਂਦਾ ਹੈ। ਤਾਂ ਉਸ ਸੈਂਸ ਦੇ ਵਿੱਚ ਭੱਟ ਜੋ ਹੈ ਭਿੱਖਾ ਜੀ ਨੇ ਵੀ ਇਹ ਲਫ਼ਜ਼ ਵਰਤਿਆ ਹੈ ਕਲਯੁਗ ਵਿੱਚ, ਭਾਵ ਇਸ ਦੁਨੀਆ ਦੇ ਅੰਦਰ, ਇਸ ਸ੍ਰਿਸ਼ਟੀ ਦੇ ਅੰਦਰ ਕਲ ਮਾਹੇ ਰੂਪ ਕਰਤਾ ਪੁਰਖ। ਇਸ ਕਲਯੁਗ ਦੇ ਅੰਦਰ, ਇਸ ਸਮੇਂ ਦੇ ਅੰਦਰ, ਜੋ ਦੁਨੀਆ ਦੇ ਸ੍ਰਿਸ਼ਟੀ ਦੇ ਅੰਦਰ ਗੁਰੂ ਅਮਰਦਾਸ ਜੀ ਹਨ, ਉਹ ਰੂਪ ਕਰਤਾ ਪੁਰਖ ਦਾ ਹੀ ਰੂਪ ਹਨ। ਉਹ ਜਾਣੇ ਜਿਨ ਕਿਛ ਕੀਓ। ਪਰ ਇਸ ਭੇਦ ਨੂੰ ਉਹੀ ਜਾਣਦਾ ਹੈ ਜਿਨੇ ਇਹ ਬਖਸ਼ਿਸ਼ ਕੀਤੀ ਹੈ, ਜਿਨੇ ਇਹ ਕੌਤਕ ਆਪ ਰਚਿਆ ਹੈ, ਭਾਵ ਪਰਮਾਤਮਾ। ਕਲਮਾ ਇਹ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕੀਓ। ਜਿਸ ਕਰਤਾਰ ਨੇ ਇਹ ਕੌਤਕ ਕੀਤਾ ਹੈ, ਜਿਸ ਕਰਤਾਰ ਨੇ ਇਹ ਬਖਸ਼ਿਸ਼ ਕੀਤੀ ਹੈ, ਉਹੀ ਇਸ ਭੇਦ ਨੂੰ ਜਾਣਦਾ ਹੈ ਕਿ ਇਸ ਸ੍ਰਿਸ਼ਟੀ ਦੇ ਅੰਦਰ, ਇਸ ਕਲਯੁਗ ਦੇ ਸਮੇਂ ਦੇ ਅੰਦਰ ਗੁਰੂ ਅਮਰਦਾਸ ਜੀ ਉਸ ਕਰਤਾ ਪੁਰਖ ਦਾ ਹੀ ਰੂਪ ਹਨ। ਅੰਤਲੀ ਪੰਕਤੀ 'ਚ ਇਸ ਸਵਈਏ ਦੇ ਭੱਟ ਭਿੱਖਾ ਜੀ ਆਖਦੇ ਹਨ, ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ। ਤੇ ਮੈਨੂੰ ਉਹ ਗੁਰੂ ਮਿਲ ਪਿਆ। ਸੋਏ ਦਾ ਅਰਥ ਹੈ ਉਹ, ਗੁਰ ਮਿਲਿਓ ਸੋਏ, ਮੈਨੂੰ ਉਹ ਗੁਰੂ ਮਿਲ ਪਿਆ ਹੈ। ਕਿਹੜਾ ਗੁਰੂ? ਇਸ਼ਾਰਾ ਗੁਰੂ ਅਮਰਦਾਸ ਜੀ ਵੱਲ ਹੈ। ਭਿੱਖਾ ਕਹੈ, ਭਿੱਖਾ ਇਹ ਗੱਲ ਆਖਦਾ ਹੈ ਕਿ ਗੁਰ ਮਿਲਿਓ ਸੋਏ, ਮੈਨੂੰ ਉਹ ਗੁਰੂ ਅਮਰਦਾਸ ਜੀ ਮਿਲ ਪਏ ਹਨ। ਸਹਿਜ ਰੰਗ ਦਰਸ਼ਨ ਦਿਓ, ਉਹਨਾਂ ਨੇ ਮੈਨੂੰ ਪੂਰਨ ਖਿੜਾਓ ਦੇ ਵਿੱਚ, ਸਹਿਜ ਦੇ ਵਿੱਚ, ਦੇ ਰੰਗ ਦੇ ਵਿੱਚ ਮੈਨੂੰ ਦਰਸ਼ਨ ਦਿੱਤੇ ਹਨ। ਉਹ ਇਸ ਸਵਈਏ ਦੇ ਅੰਦਰ ਭੱਟ ਭਿੱਖਾ ਜੀ ਨੇ ਜਿਹੜੀ ਗੱਲ ਮੇਨ ਜੋ ਸੁਨੇਹਾ ਦਿੱਤਾ ਹੈ ਕਿ ਗੁਰੂ ਦਾ ਗਿਆਨ ਤੇ ਗੁਰੂ ਦਾ ਧਿਆਨ ਹੀ ਇੱਕ ਅਜਿਹੀ ਵਸਤੂ ਹੈ ਜੋ ਜੀਵ ਆਤਮਾ ਅਤੇ ਪਰਮਾਤਮਾ ਦਾ ਮਿਲਾਪ ਕਰਾਉਂਦੀ ਹੈ। ਤੋ ਗੁਰੂ ਅਮਰਦਾਸ ਜੀ ਦੀ ਇਸ ਵਡਿਆਈ ਨੂੰ ਕਰਦਿਆਂ ਹੋਇਆਂ ਭੱਟ ਭਿੱਖਾ ਜੀ ਨੇ ਆਪਣੇ ਹੀ ਤਜਰਬੇ ਤੋਂ ਜੋ ਗੱਲ ਹੈ ਉਹ ਕੀਤੀ ਹੈ ਕਿ ਗੁਰ ਗਿਆਨ ਔਰ ਧਿਆਨ ਤਤ ਸਿਉ ਤਤ ਮਿਲਾਵੇ। ਕਿ ਗੁਰੂ ਅਮਰਦਾਸ ਜੀ ਨੇ ਇਸ ਜੋ ਗਿਆਨ ਦਾ ਰੂਪ ਹਨ ਅਤੇ ਧਿਆਨ ਦਾ ਰੂਪ ਹਨ, ਆਪਣੇ ਆਤਮੇ ਨੂੰ ਪਰਮਾਤਮਾ ਦੇ ਨਾਲ ਮਿਲਾ ਲਿਆ ਹੈ। ਇਹ ਜੋ ਪਰਸਨਲ ਐਕਸਪੀਰੀਅੰਸ ਹੈ ਭੱਟ ਭਿੱਖਾ ਜੀ ਦਾ, ਉਹਦਾ ਵਰਣਨ ਜਿਹੜਾ ਹੈ ਉਹਨਾਂ ਨੇ ਦੂਜੇ ਸਵਈਏ ਦੇ ਅੰਦਰ ਕੀਤਾ ਹੈ ਕਿ ਕਿਵੇਂ ਉਹ ਇੱਕ ਪੂਰੇ ਗੁਰੂ ਦੀ ਭਾਲ ਦੇ ਅੰਦਰ ਸਾਲ ਭਰ ਵੱਖ-ਵੱਖ ਥਾਵਾਂ ਤੇ ਭਟਕਦੇ ਰਹੇ, ਪਰ ਉਹਨਾਂ ਦੀ ਕਿਤੇ ਤਸੱਲੀ ਨਹੀਂ ਹੋਈ ਤੇ ਅਖੀਰ ਫਿਰ ਇਸ ਦਰਬਾਰ ਦੇ ਵਿੱਚ ਆ ਕੇ, ਗੁਰੂ ਘਰ ਦੇ ਵਿੱਚ ਆ ਕੇ ਉਹਨਾਂ ਨੂੰ ਜਿਹੜਾ ਹੈ ਪੂਰੇ ਗੁਰੂ ਦੀ ਨਾਲ ਮਿਲਾਪ ਹੋਇਆ। ਤੋ ਅਗਲੇ ਸਵਈਏ 'ਚ ਭੱਟ ਭਿੱਖਾ ਜੀ ਫਰਮਾਉਂਦੇ ਹਨ, ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਡਿਠੇ ਸੰਨਿਆਸੀ ਤਪੱਸੀਐ ਮੁਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਤਿਨੇ ਨਾ ਪਰਚੋ ਲਾਇਓ ਕਹਤੇ कहती सुनी रहत को खुशी ना आयो और नाम छोड़ दूजा लगे इनके गुण हो क्या कहूँ गुर दही मिलायो भिखिया जिव तू रखे तिव रहूं। ਹੁਣ ਆਪਣੇ ਤਜਰਬੇ ਦੀ ਗੱਲ ਭੱਟ ਭਿੱਖਾ ਜੀ ਕਰ ਰਹੇ ਹਨ ਕਿ ਰਹਿਓ ਸੰਤ ਹੋ ਟੋਲ। ਰਹਿਓ ਦਾ ਅਰਥ ਹੈ ਮੈਂ ਰਹਿ ਗਿਆ, ਥੱਕ ਗਿਆ। ਕਹਿੰਦੇ ਮੈਂ ਬੜਾ ਚਿਰ ਭਟਕਦਾ ਰਿਹਾ ਕਿ ਮੈਨੂੰ ਕੋਈ ਪੂਰਨ ਸੰਤ, ਕੋਈ ਪੂਰਨ ਗੁਰੂ ਮਿਲ ਜਾਵੇ। ਸੰਤ ਹੋ ਟੋਲ, ਟੋਲ ਦਾ ਅਰਥ ਹੁੰਦਾ ਹੈ ਲੱਭਣਾ। ਮੈਂ ਪੂਰਨ ਸੰਤ, ਪੂਰਨ ਗੁਰੂ ਨੂੰ ਭਾਲਦਾ ਹੋਇਆ ਥੱਕ ਗਿਆ। ਬੜੇ ਸਾਧ, ਮੈਨੂੰ ਸਾਧ ਬਹੁਤ ਤੇਰੇ ਡਿੱਠੇ, ਬੜੇ ਮੈਂ ਸਾਧੂ ਜਿਹੜੇ ਸਾਧਾਂ ਦੇ ਭੇਖ ਦੇ ਵਿੱਚ ਫਿਰਦੇ ਸਨ, ਬੜਿਆਂ ਦੇ ਮੈਂ ਦਰਸ਼ਨ ਕੀਤੇ। ਸੰਨਿਆਸੀ ਤਪੱਸੀਐ ਮੁਖੋਂ ਇਹ ਪੰਡਿਤ ਮਿੱਠੇ, ਜਿਨ੍ਹਾਂ ਨੇ ਸੰਨਿਆਸ ਧਾਰਨ ਕੀਤਾ ਹੋਇਆ ਸੀਗਾ, ਜਿਹੜੇ ਬੜੀਆਂ ਤਪ ਸਾਧਨਾ ਕਰਦੇ ਸੀ,
ਭਾਂਤ-ਭਾਂਤ ਦੇ ਜਿਨ੍ਹਾਂ ਨੇ ਵੱਖਰੇ-ਵੱਖਰੇ ਭੇਖ ਬਣਾਏ ਹੋਏ ਸਨ, ਜਿਹੜੇ ਆਪਣੇ ਆਪ ਨੂੰ ਬਹੁਤ ਗਿਆਨ ਧਿਆਨ ਵਾਲੇ ਪੰਡਿਤ ਅਖਵਾਉਂਦੇ ਸਨ, ਮਿੱਠੀਆਂ-ਮਿੱਠੀਆਂ ਧਰਮ ਦੀਆਂ ਗੱਲਾਂ ਕਰਦੇ ਸਨ। ਸਭ ਨਾਲ ਮੈਂ ਮੁਲਾਕਾਤਾਂ ਕੀਤੀਆਂ, ਸਭ ਨੂੰ ਮੈਂ ਪਰਖਿਆ। ਪਰ ਉਹ ਆਪਣੇ ਤਜਰਬੇ ਦੀ ਗੱਲ ਸਾਂਝੀ ਕਰਦੇ ਹੋਏ ਕਹਿੰਦੇ ਹਨ, "ਬਰਸ ਏਕ ਹੋਂ ਫਿਰਿਓ, ਕਿਨੇ ਨਾ ਪਰਚੋ ਲਾਇਓ।" ਕਹਿੰਦੇ ਹਨ, ਮੈਂ 1 ਸਾਲ ਪੂਰਾ ਭਟਕਦਾ ਰਿਹਾ। ਬਰਸ ਸਾਲ, ਬਰਸ ਏਕ ਹੋਂ ਫਿਰਿਓ, ਮੈਂ ਫਿਰਦਾ ਰਿਹਾ, ਭਟਕਦਾ ਰਿਹਾ, ਕਿਨੇ ਨਾ ਪਰਚੋ ਲਾਇਓ। ਪਰਚੋ ਦਾ ਅਰਥ ਹੈ ਤਸੱਲੀ ਹੋ ਜਾਣੀ, ਜੋ ਜਿਹਦੇ ਨਾਲ ਮੇਰੀ ਨਿਸ਼ਾ ਹੋ ਜਾਵੇ, ਤਸੱਲੀ ਹੋ ਜਾਵੇ ਕਿ ਭਈ ਹਾਂ, ਇਹਦੇ ਅੰਦਰ ਕੋਈ ਤੱਤ ਦੀ ਗੱਲ, ਕੋਈ ਅਸਲੀਅਤ ਵਾਲੀ ਗੱਲ ਹੈ, ਕੋਈ ਅੰਦਰੋਂ ਬਾਹਰੋਂ ਇੱਕ ਵਾਲੀ ਗੱਲ ਹੈ। ਪਰਚਾ ਦਾ ਜੋ ਆਖਰੀ ਅਰਥ ਹੁੰਦਾ ਹੈ ਭਰੋਸਾ, ਨਿਸ਼ਚਾ। ਕਿਨੇ ਨਾ ਪਰਚੋ ਲਾਇਆ, ਕਿਸੇ ਦੇ ਨਾਲ ਵੀ ਮਿਲ ਕੇ ਮੈਨੂੰ ਤਸੱਲੀ ਨਹੀਂ ਹੋਈ, ਨਿਸ਼ਚਾ ਨਹੀਂ ਹੋਇਆ ਕਿ ਭਈ ਹਾਂ, ਮੈਨੂੰ ਕੋਈ ਪੂਰਨ ਗੁਰੂ ਮਿਲਿਆ ਹੈ। ਸਭ ਦੇ ਮੈਂ ਦੇਖਿਆ ਕਿ ਮੂੰਹੋਂ ਗੱਲਾਂ ਹੋਰ ਸਨ ਤੇ ਜੀਵਨ ਦੀ ਕਰਨੀ ਕੁਝ ਹੋਰ ਵੱਖਰੀ ਸੀ। ਕਹਿੰਦੇ ਹਨ ਭੱਟ ਭਿੱਖਾ ਜੀ ਕਿ "ਕਹਿਤੇ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ।" ਮੂੰਹ ਤੋਂ ਤਾਂ ਮਿੱਠੀਆਂ ਗੱਲਾਂ ਮੈਂ ਬੜੀਆਂ ਸੁਣੀਆਂ ਉਹਨਾਂ ਦੀਆਂ, ਕਹਿਤੀ ਸੁਣੀ, ਬੜੀਆਂ-ਬੜੀਆਂ ਉੱਚੀਆਂ ਗੱਲਾਂ, ਧਾਰਮਿਕ ਗੱਲਾਂ, ਕੁਝ ਪਰਮਾਰਥ ਦੀਆਂ ਗੱਲਾਂ, ਕਈ ਤਰ੍ਹਾਂ ਦੀਆਂ, ਪਰ ਕਥਨੀ ਹੀ ਕਥਨੀ ਵਾਲੀ ਗੱਲ ਸੀਗੀ। ਜ਼ੁਬਾਨ ਮਿੱਠੀ ਸੀਗੀ, ਪਰ ਜੀਵਨ ਦੇ ਵਿੱਚ ਕੋਈ ਮਿਠਾਸ ਵਾਲੀ ਗੱਲ, ਕੋਈ ਆਤਮਿਕ ਉਚਾਈ ਵਾਲੀ ਗੱਲ, ਜਿਹੜੀ ਮੈਨੂੰ ਤਸੱਲੀ ਦੇ ਸਕੇ, ਜਿਹੜੀ ਮੈਨੂੰ ਆਤਮਿਕ ਆਨੰਦ ਦੇ ਸਕੇ, ਐਸੀ ਕੋਈ ਚੀਜ਼ ਨਜ਼ਰ ਨਹੀਂ ਆਈ। ਰਹਿਤ ਕੋ ਖੁਸ਼ੀ ਨਾ ਆਇਓ। ਉਹਨਾਂ ਦੀ ਜੋ ਰਹਿਣੀ ਵੇਖ ਕੇ ਮੈਨੂੰ ਆਨੰਦ ਨਹੀਂ ਪ੍ਰਾਪਤ ਹੋਇਆ, ਕੋਈ ਤਸੱਲੀ ਨਹੀਂ ਹੋਈ, ਕੋਈ ਖੁਸ਼ੀ ਨਹੀਂ ਮਿਲੀ। ਮਨ ਸਗੋਂ ਪਰੇਸ਼ਾਨ ਹੀ ਹੋਇਆ। ਤੋ ਬਰਸ ਏਕ ਹੋਂ ਫਿਰਿਓ, ਕਿਨੇ ਨਾ ਪਰਚੋ ਲਾਇਓ। ਕਹਿਤੇ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਸਾਲ ਭਰ ਮੈਂ ਭਟਕਦਾ ਰਿਹਾ, ਮੇਰੀ ਕਿਤੇ ਤਸੱਲੀ ਨਹੀਂ ਹੋਈ, ਕਿਸੇ ਨੇ ਮੈਨੂੰ ਕੋਈ ਐਸਾ ਆਪਣਾ ਰੂਪ ਨਹੀਂ ਦਿਖਾਇਆ, ਜਿਹਨੂੰ ਵੇਖ ਕੇ ਮੇਰਾ ਨਿਸ਼ਚਾ ਵੱਧ ਜਾਵੇ, ਭਰੋਸਾ ਬਣ ਜਾਵੇ ਕਿ ਇੱਥੇ ਕੋਈ ਤੱਤ ਵਾਲੀ ਗੱਲ ਹੈ। ਸਿਰਫ ਮੂੰਹ ਜ਼ਬਾਨੀ ਗੱਲਾਂ ਹੀ ਮੈਂ ਸੁਣੀਆਂ, ਰਹਿਣੀ ਵੇਖ ਕੇ ਮੈਨੂੰ ਕਿਸੇ ਦੀ ਤਸੱਲੀ ਨਹੀਂ ਹੋਈ, ਕੋਈ ਖੁਸ਼ੀ ਨਹੀਂ ਮਿਲੀ। ਤੋ ਆਖਰੀ ਪੰਕਤੀਆਂ 'ਚ ਫਿਰ ਭੱਟ ਭਿੱਖਾ ਜੀ ਆਖਦੇ ਹਨ, "ਹਰਿਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹੂੰ।" ਜੋ ਉਹਨਾਂ ਦੀ ਮੈਂ ਅਵਸਥਾ ਦੇਖੀ ਕਿ ਭਈ ਉਹ ਅਸਲ ਵਿੱਚ ਤਾਂ ਗੱਲਾਂ ਹੀ ਗੱਲਾਂ ਕਰਨ ਵਾਲੇ ਬੰਦੇ ਸਨ। ਪਰਮਾਤਮਾ ਦਾ ਨਾਮ ਛੱਡ ਕੇ ਉਹ ਤਾਂ ਦੂਜੇ ਧਿਆਨ ਵਿੱਚ ਹੀ ਲੱਗੇ ਹੋਏ ਸਨ। ਦੂਜਾ ਧਿਆਨ ਕਾਹਦਾ? ਭਾਵ ਮਾਇਆ ਦਾ। ਪਰਮਾਤਮਾ ਤੋਂ ਛੁੱਟ ਹੋਰ ਰਸਾਂ ਦੇ ਵਿੱਚ, ਮਾਇਆ ਦੇ ਸਵਾਦਾਂ ਦੇ ਵਿੱਚ ਹੀ ਉਹ ਲੋਕ ਲੱਗੇ ਹੋਏ ਸਨ। ਹਰਿਨਾਮ ਛੋੜ ਦੂਜੇ ਲੱਗੇ, ਮਾਇਆ ਦੇ ਰਸਾਂ ਦੇ ਵਿੱਚ ਜਿਹੜੇ ਲੱਗੇ ਹੋਏ ਸਨ। ਤਿਨਕੇ ਗੁਣ ਹੋ ਕਿਆ ਕਹੂੰ, ਉਹਨਾਂ ਦੀ ਮੈਂ ਕੀ ਵਡਿਆਈ ਕਰਾਂ, ਉਹਨਾਂ ਦੀ ਮੈਂ ਕੀ ਸਿਫਤ ਕਰਾਂ। ਭਾਵ ਉਹਨਾਂ ਦੇ ਬਾਰੇ ਕੁਝ ਬਹੁਤਾ ਚੰਗਾ ਬੋਲਣ ਨੂੰ ਮੇਰੇ ਪਾਸ ਹੈ ਨਹੀਂ। ਜਿਹੜੇ ਪਰਮਾਤਮਾ ਦਾ ਨਾਮ ਨੂੰ ਛੱਡ ਕੇ ਤੇ ਮਾਇਆ ਦੇ ਵਿੱਚ ਹੀ ਖੱਚਤ ਹਨ, ਉਹਨਾਂ ਦੇ ਮੈਂ ਕੀ ਗੁਣ ਬਖਿਆਨ ਕਰਾਂ। ਕੋਈ ਬੜੀ ਹੀ ਖੋਜ ਭਾਲ ਕਰਕੇ ਸ਼ਾਇਦ ਕੋਈ ਵਿਰਲਾ ਵਿੱਚੋਂ ਕਿਸੇ ਕੋਲੋਂ ਕੋਈ ਛੋਟਾ-ਮੋਟਾ ਗੁਣ ਲੱਭ ਜਾਵੇ, ਪਰ ਅਸਲ ਦੇ ਵਿੱਚ ਗੱਲਾਂ ਹੀ ਉਹਨਾਂ ਦੀਆਂ ਮਿੱਠੀਆਂ ਸਨ। ਜੀਵਨੀ ਦੇ ਅੰਦਰ ਤਾਂ ਉਹਨਾਂ ਦੇ ਕੋਈ ਆਤਮਿਕ ਆਨੰਦ ਦੇਣ ਵਾਲੀ ਕੋਈ ਗੱਲ ਸੀ ਨਹੀਂ। ਤਾਂ ਉਹਨਾਂ ਦੀ ਮੈਂ ਕੀ ਵਡਿਆਈ ਕਹਿ ਸਕਦਾ, ਉਹਨਾਂ ਦੇ ਮੈਂ ਕੋਈ ਕੀ ਗੁਣ ਬਿਆਨ ਕਰਾਂ, ਇਹ ਮੁਮਕਿਨ ਨਹੀਂ ਹੈ। ਗੁਰਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰੋਂ। ਅੰਤ ਵਿੱਚ ਪਰਮਾਤਮਾ ਨੇ ਬਖਸ਼ਿਸ਼ ਕਰਕੇ ਦਈ, ਦਈ ਜੋ ਲਫ਼ਜ਼ ਹੈ ਦੱਦਾ ਯਈਏ ਨੂੰ ਸਿਹਾਰੀ, ਇਹਦਾ ਉਚਾਰਨ ਦਈ ਹੋਏਗਾ। ਤੋ ਯਈਏ ਦੇ ਨਾਲ ਜੋ ਸਿਹਾਰੀ ਦੀ ਜਗ੍ਹਾ ਇਹਦਾ ਉਚਾਰਨ ਦੇ ਵਿੱਚ ਦਈ, ਮਤਲਬ ਜਿਵੇਂ ਈੜੀ ਨੂੰ ਬਿਹਾਰੀ ਲੱਗੀ ਹੁੰਦੀ ਹੈ, ਇਹ ਉਸ ਤਰ੍ਹਾਂ ਇਹਦਾ ਉਚਾਰਨ ਹੋਏਗਾ। ਇਸਦਾ ਅਰਥ ਹੈ ਪਰਮਾਤਮਾ, ਦਇਆ ਸਰੂਪ ਪਰਮਾਤਮਾ। ਉਸ ਦਇਆ ਸਰੂਪ ਪਰਮਾਤਮਾ ਨੇ ਮੈਨੂੰ ਗੁਰੂ ਦੇ ਨਾਲ ਮਿਲਾਪ ਕਰਵਾ ਦਿੱਤਾ। ਭਿੱਖੇ ਨੂੰ ਗੁਰੂ ਦਾ ਮਿਲਾਪ ਕਰਾ ਦਿੱਤਾ। ਗੁਰ ਦਈ ਮਿਲਾਇਓ ਭਿੱਖਿਆ, ਦਈ ਨੇ ਮਿਲਾਇਆ ਗੁਰੂ ਦੇ ਨਾਲ ਭਿੱਖੇ ਨੂੰ। ਤੇ ਇਸ ਕਰਕੇ ਹੁਣ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਕਿ ਹੁਣ ਜਿਵ ਤੂੰ ਰੱਖੈ ਤਿਵ ਰਹੋ। ਇਹ ਗੁਰੂ ਅਮਰਦਾਸ ਜੀ, ਜਿਵੇਂ ਹੁਣ ਤੁਸੀਂ ਮੈਨੂੰ ਰੱਖੋਗੇ ਮੈਂ ਤਿਵੇਂ ਹੀ ਰਹਾਂਗਾ। ਪਰਮਾਤਮਾ ਨੇ ਬਹੁਤ ਆਪਣੀ ਬਖਸ਼ਿਸ਼ ਕਰਕੇ ਤੇ ਮੇਰਾ ਮਿਲਾਪ ਗੁਰੂ ਅਮਰਦਾਸ ਜੀ ਦੇ ਨਾਲ ਕਰਾ ਦਿੱਤਾ ਹੈ। ਤੇ ਹੁਣ ਤੇ ਮੈਨੂੰ ਜਿਵੇਂ ਉਹ ਰੱਖਣਗੇ
मैं उवें ही रवांगा, भाव उन्हां दे भाणे दे अनुसार, उन्हां दी सिੱਖਿਆ ਦੇ ਅਨੁਸਾਰ ਹੀ मैं अपना जीवन ਬਤੀਤ ਕਰਾਂਗਾ। ਇਹ ਦੋ ਸਵਈਏ ਜੋ ਹਨ ਇਹ ਭੱਟ ਭਿੱਖਾ ਜੀ ਦੇ ਉਚਾਰਨ ਕੀਤੇ ਹੋਏ ਹਨ ਤੇ ਔਰ ਇਹ ਆਮ ਤੌਰ ਤੇ ਇਸ ਸਵਈਏ ਦਾ ਬਹੁਤ ਵਾਰੀ ਰੈਫਰੈਂਸ ਵੀ ਦਿੱਤਾ ਜਾਂਦਾ ਹੈ ਕਿ ਕਿਵੇਂ ਭੱਟਾਂ ਨੇ ਬਹੁਤ ਜ਼ਿਆਦਾ ਪਰਖ ਕਰਕੇ ਪੜਚੋਲ ਕਰਕੇ ਇੰਨਾ ਚਿਰ ਖੋਜ ਭਾਲ ਕੀਤੀ ਭਾਂਤ ਭਾਂਤ ਦੇ ਕਈ ਕਹੇ ਸੋ ਕਾਲਡ ਕਹੇ ਜਾਂਦੇ ਮਹਾਪੁਰਸ਼ਾਂ ਨੂੰ ਮਿਲਿਆ ਪਰ ਜਦੋਂ ਉਹਨਾਂ ਦੀ ਕਿਤੇ ਤਸੱਲੀ ਨਹੀਂ ਹੋਈ ਤਾਂ ਅੰਤ ਗੁਰੂ ਦਰਬਾਰ ਵਿੱਚ ਆ ਕੇ ਉਹਨਾਂ ਨੂੰ ਜਿਹੜਾ ਹੈ ਭਰੋਸਾ ਆਇਆ ਤੇ ਜਿਸ ਕਰਕੇ ਉਹਨਾਂ ਨੇ ਇੱਥੇ ਹੀ ਟਿਕਣ ਦਾ ਨਿਰਣਾ ਕੀਤਾ। ਉਹਨਾਂ ਨੂੰ ਇਹ ਗੱਲ ਗੁਰਬਾਣੀ ਵਿੱਚੋਂ ਜਿਹੜੀ ਉਹਨਾਂ ਨੇ ਸੁਣੀ ਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਈਐ। ਇਹ ਗੱਲ ਪੂਰਨ ਟੁਕਦੀ ਹੋਈ ਨਜ਼ਰ ਆਈ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚੋਂ ਗੁਰੂ ਘਰ ਦੇ ਵਿੱਚੋਂ ਜਿਸ ਕਰਕੇ ਉਹਨਾਂ ਨੂੰ ਇਹ ਭਰੋਸਾ ਵੱਜ ਗਿਆ ਕਿ ਉਹ ਜਿਸ ਥਾਂ ਤੇ ਹੁਣ ਆਏ ਹਨ ਉਹ ਹੀ ਥਾਂ ਟਿਕਣ ਲਾਇਕ ਹੈ ਰੁਕਣ ਦੇ ਲਾਇਕ ਹੈ ਉੱਥੇ ਹੀ ਉਹਨਾਂ ਦਾ ਨਿਸ਼ਚਾ ਭਰੋਸਾ ਪੱਕਾ ਹੋ ਗਿਆ। ਇਸ ਤੋਂ ਅਗਲਾ ਸਵਈਆ ਜਿਹੜਾ ਹੈ ਉਹ ਭੱਟ ਸੱਲ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪਹਿਰ ਸਮਾਦ ਸਨਾਹ ਗਿਆਨ ਹੈ ਆਸਨ ਚੜਿਓ ਧਰਮ ਤਨੁਖ ਕਰ ਗਇਓ ਭਗਤ ਸ਼ੀਲੈ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਬਿਖੰਡਿਓ ਭਲੋ ਭੂਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਭਨ ਤੈ ਦਲ ਜਿੱਤੋ ਇਵ ਜੁਧ ਕਰ। ਇੱਥੇ ਉਚਾਰਨ ਦਾ ਥੋੜਾ ਜਿਹਾ ਧਿਆਨ ਰੱਖਣ ਦੀ ਜ਼ਰੂਰਤ ਹੈ। ਇੱਕ ਤੇ ਜਿਹੜਾ ਲਫ਼ਜ਼ ਹੈ ਸਨਾਹ ਇਹਦੇ ਹਾਹੇ ਨੂੰ ਜਿਹੜੀ ਔਂਕੜ ਹੈ ਇਹ ਸਾਇਲੈਂਟ ਰਹੇਗੀ ਇਹਨੂੰ ਸਨਾਹੋ ਨਹੀਂ ਪੜਨਾ। ਫਿਰ ਜੋ ਲਫ਼ਜ਼ ਧਰਮ ਹੈ ਉਹ ਤੱਦਾ ਦੇ ਪੈਰ 'ਚ ਰਾਰਾ ਹੈ ਅੱਧਾ ਰਾਰਾ ਹੈ ਤੇ ਉਹਨੂੰ ਧਰਮ ਨਹੀਂ ਬਲਕਿ ਧਰਮ ਹੀ ਔਰ ਉੱਪਰ ਟਿੱਪੀ ਵੀ ਹੈ ਤੇ ਉਹਨੂੰ ਧਰਮ ਉਚਾਰਨ ਕਰਨਾ ਹੈ। ਜਿਹੜਾ ਲਫ਼ਜ਼ ਹੈ ਅਪਤ ਇਹ ਦੇ ਉੱਤੇ ਆਮ ਤੌਰ ਤੇ ਸਾਨੂੰ ਕਿਉਂਕਿ ਇਹ ਲਫ਼ਜ਼ ਪਤ ਸਾਡੇ ਦਿਮਾਗ ਵਿੱਚ ਵਸਿਆ ਹੁੰਦਾ ਹੈ ਤੇ ਅਸੀਂ ਸਹਿਜੇ ਹੀ ਇਹਨੂੰ ਅਪਤ ਪੜ੍ਹ ਜਾਂਦੇ ਹਾਂ ਪਰ ਇੱਥੇ ਪਤ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਇਹ ਅਪਤ ਜਿਹੜਾ ਹੈ ਆਪਣੇਪਨ ਆਪਾ ਭਾਵ ਤੋਂ ਦੇ ਸੰਬੰਧ ਵਿੱਚ ਆਇਆ ਹੈ तो ਇੱਥੇ ਅਦਕ ਨਹੀਂ ਲਗਾਉਣੀ तो ਇਹਨੂੰ ਅਪਤ ਨਹੀਂ ਪੜਨਾ ਅਪਤ ਪੜਨਾ ਹੈ ਜਿਹਦਾ ਭਾਵ ਹੈ ਆਪਾ ਭਾਵ ਅਹੰਕਾਰ ਦੀ ਭਾਵਨਾ ਅਪਤ ਆਪਣਾ ਜਿਵੇਂ ਅਪਨਤ ਹੁੰਦਾ ਹੈ ਉਵੇਂ ਇਹ ਅਪਤ ਹੈ ਪਰ ਇਹਦਾ ਅਰਥ ਹੈ ਆਪਾ ਭਾਵ ਤੇ ਬਿਨਾਂ ਅਦਕ ਦੇ ਇਸ ਦਾ ਉਚਾਰਨ ਕਰਨਾ ਹੈ। ਤੇ ਜਿਹੜਾ ਅੱਗੇ ਲਫ਼ਜ਼ ਹੈ ਨਿਰਪਤ ਉੱਥੇ ਕਿਉਂਕਿ ਸਿਹਾਰੀ ਜਿਹੜੀ ਹੈ ਨੰਨੇ ਨੂੰ ਲੱਗੀ ਤੇ ਹੋਈ ਹੈ ਲੇਕਿਨ ਉਹਦੇ ਪੈਰ 'ਚ ਅੱਧਾ ਰਾਰਾ ਹੈ तो बोलेगी रारे दे नाल तो उन्होंने निरपत नहीं पढ़ना निरपत रारे नाल सिहारी बोलेगी निरपत तो ये थोड़ा उच्चारण का ध्यान रखने की लोड़ है। तो पहली पंक्ति ਦੇ ਵਿੱਚ ਹੁਣ ਭੱਟ ਸੱਲ ਜੀ ਫਰਮਾਉਂਦੇ ਹਨ ਪਹਿਰ ਸਮਾਦ ਸਨਾਹ ज्ञान है आसन चढ़ियो। पहर का अर्थ है पहन के समाध सनाह समाधि रूप सनाह तो सनाह की होंगी है सनाह होंगी है संजोग जो कि पुराने जमाने में एक लोहे की जाली के टाइप की बनया होया एक बस्तर बनया होंदा सीगा लोहे की जाली का जिन्हों जंग मैदान में जान लग्या ਜਿਹੜੇ ਇਲਾਕੇ ਯੋਧੇ ਸਨ ਉਹ ਪਹਿਨ ਕੇ ਜਾਂਦੇ ਸਨ ਤਾਂ ਕਿ ਦੁਸ਼ਮਣ ਦੇ ਹਥਿਆਰਾਂ ਦਾ ਜੋ ਵਾਰ ਹੈ ਉਹ ਉਹਨਾਂ ਦੇ ਸਰੀਰ ਨੂੰ ਜੋ ਹੈ ਉਹ ਨੁਕਸਾਨ ਨਾ ਪਹੁੰਚਾ ਸਕੇ। ਜਿਵੇਂ ਕੋਈ ਤੀਰ ਤਲਵਾਰ ਵਗੈਰਾ ਦਾ ਕੋਈ ਉਹਨਾਂ ਦੇ ਉੱਤੇ ਵਾਰ ਕਰੇ ਤਾਂ ਪਹਿਲਾਂ ਉਹ ਤੀਰ ਜਾਂ ਤਲਵਾਰ ਜਿਹੜੀ ਹੈ ਲੋਹੇ ਨੂੰ ਟਕਰਾਏਗੀ
ਤੇ ਉਹਨਾਂ ਦੀ ਬਾਡੀ ਨੂੰ ਨਹੀਂ ਲੱਗੇਗੀ ਤੇ ਥੋੜਾ ਸਰੀਰ ਦਾ ਬਚਾਅ ਹੋ ਜਾਏਗਾ। तो उस लोहे की जाली के बने हुए बस्तर ਨੂੰ संजो या सना किया जाता ਸੀਗਾ। तो पहर समाध सना पहन के समाधि रूप सना ਉਹ ਸਨਾ ਦਾ ਜੋ ਸੰਜੋ ਦਾ ਜੋ ਪਰਪਸ ਹੁੰਦਾ ਸੀ ਉਹ ਹੁੰਦਾ ਸੀ ਕਿ ਬਾਡੀ ਦੀ ਪ੍ਰੋਟੈਕਸ਼ਨ। ਇੱਥੇ ਵੀ ਗੁਰੂ ਅਮਰਦਾਸ ਜੀ ਨੇ ਇਹ ਸਨਾ ਪਹਿਨੀ ਹੈ ਸਮਾਧੀ रूप अपने आप ਨੂੰ माया तो बचाव वास्ते। ਅੱਗੇ ਲਫ਼ਜ਼ ਹੈ ਗਿਆਨ ਹੈ। ਇਹ ਜੋ ਹੈ ਲਫ਼ਜ਼ ਹੈ ਹਾਹੇ ਦੇ ਉੱਤੇ ਦੁਲਾਈਆਂ, ਇਹ ਅਸਲ ਦੇ ਵਿੱਚ ਹੈ ਹਈਆ ਹਾਹਾ ਤੇ ਯਈਆ ਜਿਹੜਾ ਲਫ਼ਜ਼ ਹੈ ਉਹਦਾ ਤੋਂ ਬਣਿਆ ਰੂਪ ਹੈ ਜਿਹਦਾ ਹੈ ਦਾ ਅਰਥ ਹੁੰਦਾ ਹੈ ਘੋੜਾ। ਇਹ ਹੈ ਉਸ ਸੈਂਸ ਵਿੱਚ ਨਹੀਂ ਆਇਆ ਕਿ ਇਟ ਇਜ਼ ਕਿ ਜਿਵੇਂ ਅਸੀਂ ਕਹਿੰਦੇ ਆ ਵੀ ਇਹ ਬਸਤਰ ਹੈ, ਇਹ ਲੱਕੜੀ ਹੈ, ਇਹ ਭਾਂਡਾ ਹੈ, ਉਸ ਸੈਂਸ ਵਿੱਚ ਹੈ ਨਹੀਂ, ਇਹ ਕਿਰਿਆ ਨਹੀਂ ਹੈ। ਇਹ ਨਾਉਨ ਹੈ ਜਿਹਦਾ ਅਰਥ ਹੈ ਘੋੜਾ ਹੈ। ਜਿਵੇਂ ਹਾਹਾ ਤੇ ਯਈਆ ਪਿਆ ਹੋਵੇ, ਹੈ ਦਾ ਅਰਥ ਹੁੰਦਾ ਹੈ ਘੋੜਾ। ਜਿਵੇਂ ਤਵ ਪ੍ਰਸਾਦ ਸਵਈਆਂ ਦੇ ਵਿੱਚ ਵੀ ਆਉਂਦਾ ਨਾ ਹਿੰਸਤ ਹੈ ਰਾਜ ਹਜ਼ਾਰੇ, ਉਹ ਹੈ ਰਾਜ ਘੋੜਿਆਂ ਰਾਜ ਘੋੜੇ ਸੁਪਰ ਘੋੜਿਆਂ ਦੇ ਜਿਹੜੇ ਵਧੀਆ ਘੋੜੇ ਹੈ ਰਾਜ, ਉਹ ਉੱਤਮ ਘੋੜੇ ਉੱਥੇ ਹੈ ਰਾਜ ਹਾਹਾ ਯਈਆ ਤੇ ਅੱਗੇ ਰਾਜ ਲਿਖਿਆ ਹੋਇਆ ਹੈ ਰਾਜ ਘੋੜਿਆਂ ਦੇ ਰਾਜੇ ਜਾਂ ਉੱਤਮ ਘੋੜੇ। तो है ਦਾ ਅਰਥ ਹੁੰਦਾ ਹੈ ਘੋੜਾ। ਉਸ ਹੈ ਦੇ ਰੂਪ 'ਚ ਇੱਥੇ ਹਾਹੇ ਦੇ ਉੱਤੇ ਦੁਲਾਈਆਂ ਲੱਗੀਆਂ ਹੋਈਆਂ ਹਨ। ਗਿਆਨ ਹੈ ਆਸਨ ਚੜਿਓ, ਉਹ ਗਿਆਨ ਰੂਪੀ ਘੋੜੇ ਦੇ ਉੱਤੇ ਆਸਨ ਟਿਕਾ ਕੇ ਚੜੇ ਹੋਏ ਹਨ, ਬੈਠੇ ਹਨ ਗੁਰੂ ਅਮਰਦਾਸ ਜੀ। ਉਹ ਇਸ ਪੰਕਤੀ 'ਚ ਭੱਟਸਲ ਜੀ ਕਹਿੰਦੇ ਹਨ ਕਿ ਸਮਾਧੀ ਰੂਪ ਸਨਾ ਜਾਂ ਸੰਜੋਗ ਪਹਿਨ ਕੇ ਗਿਆਨ ਰੂਪ ਘੋੜੇ ਉੱਤੇ ਸਵਾਰ ਹੋ ਕੇ अपना आसन टिकाया होया है गुरु अमरदास जी ने। फिर अगली पंक्ति फरमाते हैं त्रम तनख कर गयो। त्रम अर्थ ਇਹਦਾ ਧਰਮ ਹੀ ਹੈ, ਪਰ ਜੋ ਸਪੈਲਿੰਗ ਹਨ ਉਹ ਤਦੇ ਤੇ ਪੈਰ ਚ ਧਾਰ ਆ ਰਹਾ ਹੈ तो उच्चारण ਇਹਦਾ ਧਰਮ ਹੋਏਗਾ, मीनिंग ਇਹਦਾ ਧਰਮ ਹੀ ਹੈ। ਤਨਖ ਇਹ ਲਫ਼ਜ਼ ਬਣਿਆ ਹੈ ਤਨੁਸ਼ ਤੋਂ, ਜਿਹੜਾ ਤੀਰ ਕਮਾਨ ਜਿਵੇਂ ਹੁੰਦਾ ਹੈ तो कमान जी है उन्होंने तनुष कहा जाता है। तो तनुष तो लफ्ज बनया तनख। कर कर का अर्थ होता है हथ, गयो का मतलब पकड़ना। तो धर्म रूपी तनुष अपने हाथ में पकड़ के फड़ के त्रम तनख कर गयो। धर्म रूपी तनुष नूं अपने हाथ में पकड़ के भगत सीलै सर लड़ियो। भगत भाव भगती या भगतां वाला जो सुभाव है, शील शील का अर्थ होता है शील सुभाव, ठंडा धीरा सहज का सुभाव, सुचज्जा सुभाव, चंगा सुभाव। सर का अर्थ है तीर, जिवें बाणी च पंक्ति आती है प्रेम के सर लागे तन पीतर तां भरम काटिया जाए। तो सर उत्थे प्रेम के सर प्रेम दे तीर, तीर की गल की गई है। उस सेंस इत्थे भी सर लफज है, पर सर दे रारे नूं सियारी है ते तीर दे नाल भगत रूपी शील सुभाव वाले तीर दे नाल लड़ियो। तो पूरी पहली दोनों पंक्तियों का अर्थ हो गया कि समाधि रूप संजोग पहन के ज्ञान रूपी घोड़े ते सवार होके गुरु अमरदास जी ने अपना उस घोड़े के उत्ते आसन टिकाया होया है ਅਤੇ ਹੱਥ ਦੇ ਵਿੱਚ ਧਰਮ ਰੂਪੀ ਕਮਾਨ ਜਾਂ ਧਨੁਸ਼ ਪਕੜ ਕੇ ਇਹ ਸ਼ੀਲ ਰੂਪੀ ਜੋ ਭਗਤਾਂ ਵਾਲਾ ਜੋ ਸ਼ੀਲ ਰੂਪੀ ਗੁਣ ਹੈ ਉਹਨਾਂ ਤੀਰਾਂ ਦੇ ਨਾਲ ਵਿਕਾਰਾਂ ਦੇ ਨਾਲ ਉਹ ਲੜ ਰਹੇ ਹਨ, ਲੜਾਈ ਕਰ ਰਹੇ ਹਨ। तो ਇਹ ਜੋ अलंकार ਵਰਤਿਆ ਹੈ ਉਹਨਾਂ ਨੇ युद्ध ਦੇ मैदान ਦਾ ਵਰਤਿਆ ਹੈ कि इस जगत के अंदर भी हर इंसान नूं ਇਹ ਵਿਕਾਰਾਂ ਦੇ ਨਾਲ युद्ध लड़ना ही पैंदा है। पर ਇਹ ਵੱਖਰੀ ਗੱਲ ਹੈ कि इस युद्ध ਦੇ ਵਿੱਚ ਬਹੁਤੇ ਲੋਕ ਵਿਕਾਰਾਂ ਤੋਂ ਮਾਰ ਖਾ ਕੇ ਟੈਟੇਰੀ ਹੋ ਜਾਂਦੇ ਹਨ ਤੇ ਉਹਨਾਂ ਦੇ ਅਧੀਨ ਹੋ ਜਾਂਦੇ ਹਨ। ਪਰ ਕੋਈ ਵਿਰਲਾ ਹੀ ਹੁੰਦਾ ਹੈ ਸੂਰਮਾ ਜਿਹੜਾ ਇਹਨਾਂ ਵਿਕਾਰਾਂ ਦੇ ਉੱਤੇ ਕਾਬੂ ਪਾ ਕੇ ਤੇ ਇਹਨਾਂ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਬਾਣੀ ਦੇ ਅੰਦਰ ਵੀ ਇੱਕ ਐਸੀ ਪੰਕਤੀ ਆਉਂਦੀ ਹੈ ਕਿ ਐਸੋ ਕੌਣ ਬਲੀ ਰਹੇ ਜਿਨ ਮਿਲ ਮਾਰੇ ਪੰਜ ਸੂਰਬੀਰ। ਇਹ ਮਤਲਬ ਕੋਈ
ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ ਜਿਹੜੇ ਇਹਨਾਂ ਪੰਜ ਸੂਰਮਿਆਂ ਦੇ ਨਾਲ ਲੜ ਕੇ ਤੇ ਇਹਨਾਂ ਨੂੰ ਆਪਣੇ ਅਧੀਨ ਕਰ ਲੈਂਦੇ ਹਨ। ਤੋ ਇਸੇ ਇੱਥੇ ਵੀ ਹੁਣ ਗੁਰੂ ਅਮਰਦਾਸ ਜੀ ਦੀ ਇਹ ਕਾਮਯਾਬੀ ਜੋ ਹੈ ਇਹਨਾਂ ਵਿਕਾਰਾਂ ਦੇ ਅਧੀਨ, ਉਹਨੂੰ ਇੱਕ ਯੁੱਧ ਦੇ ਰੂਪ ਵਿੱਚ ਭੱਟ ਸਲ ਜੀ ਬਿਆਨ ਕਰ ਰਹੇ ਹਨ ਕਿ ਉਹਨਾਂ ਨੇ ਸਮਾਧੀ ਰੂਪੀ ਸੰਜੋਗ ਪਾ ਕੇ ਗਿਆਨ ਦੇ ਘੋੜੇ ਦੇ ਉੱਤੇ ਆਪਣਾ ਆਸਣ ਟਿਕਾਇਆ ਹੋਇਆ ਹੈ, ਹੱਥ ਦੇ ਵਿੱਚ ਧਰਮ ਦਾ ਧਨੁਸ਼ ਪਕੜਿਆ ਹੋਇਆ ਹੈ ਅਤੇ ਭਗਤਾਂ ਦੇ ਸ਼ੀਲ ਸੁਭਾਅ ਵਾਲੇ ਤੀਰਾਂ ਦੇ ਨਾਲ ਉਹ ਵਿਕਾਰਾਂ ਦੇ ਨਾਲ ਲੜਾਈ ਕਰ ਰਹੇ ਹਨ। ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ ਨੇਜਾ ਗੱਡਿਓ। ਹਰੀ ਦਾ ਭੈ ਰੱਖਣ ਦੇ ਕਾਰਨ ਗੁਰੂ ਅਮਰਦਾਸ ਜੀ ਨਿਰਭਉ ਹੋ ਗਏ ਹਨ। ਜਿਵੇਂ ਬਾਣੀ ਚ ਇੱਕ ਪੰਕਤੀ ਆਉਂਦੀ ਹੈ ਕਿ ਨਿਰਭਉ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂ ਤੇ ਆਇਆ। ਜਿਹੜਾ ਬੰਦਾ ਉਸ ਨਿਰਭਉ ਪ੍ਰਮਾਤਮਾ ਨੂੰ ਆਪਣੇ ਸੰਗ ਸਮਝਦਾ ਹੈ, ਆਪਣੇ ਨੇੜੇ ਤੇੜੇ ਜਾਣਦਾ, ਆਪਣੇ ਅੰਗ ਸੰਗ ਜਾਣਦਾ, ਉਹਨੂੰ ਫਿਰ ਕਿਸੇ ਹੋਰ ਤੋਂ ਡਰ ਨਹੀਂ ਲੱਗਦਾ। ਜਿਹਦੇ ਕੋਲ ਦੁਨੀਆ ਦਾ ਸਭ ਤੋਂ ਤਾਕਤਵਰ ਜੋ ਹਸਤੀ ਹੋਵੇ ਉਹ ਜਿਹਦੇ ਨਾਲ ਹੋਵੇ, ਜਿਹਦੇ ਸਾਥ ਵਿੱਚ ਹੋਵੇ, ਉਹਨੂੰ ਕਿਸੇ ਤੋਂ ਘਬਰਾਉਣ ਦੀ ਕੀ ਲੋੜ ਹੈ। ਤਾਂ ਅਕਾਲ ਪੁਰਖ ਦਾ ਤੇ ਮੁਕਾਬਲੇ ਦੀ ਕੋਈ ਹੋਰ ਦੁਨੀਆ ਦੀ ਕੋਈ ਤਾਕਤ ਹੋ ਹੀ ਨਹੀਂ ਸਕਦੀ। ਤਾਂ ਉਹ ਨਿਰਭਉ ਅਕਾਲ ਪੁਰਖ ਜਿਹਦੇ ਸੰਗ ਹੋਵੇ, ਉਹਨੂੰ ਫਿਰ ਕਿਸੇ ਦਾ ਕੋਈ ਡਰ ਹੋਣ ਦਾ ਅਰਥ ਹੀ ਨਹੀਂ ਰਹਿ ਜਾਂਦਾ। ਤਾਂ ਇਸ ਕਰਕੇ ਗੁਰੂ ਅਮਰਦਾਸ ਜੀ ਦੀ ਕਿਉਂਕਿ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ, ਹਰੀ ਦਾ ਭੈ ਉਹਨਾਂ ਦੇ ਹਿਰਦੇ 'ਚ ਹੁੰਦਾ ਹੈ, ਤਾਂ ਇਸ ਬਰਕਤ ਦੇ ਨਾਲ ਉਹਨਾਂ ਨੇ ਸ਼ਬਦ ਦੇ ਰਾਹੀਂ ਮਾਨੋ ਉਹਨਾਂ ਨੇ ਹਰੀ ਦੇ ਭੈ ਦਾ ਨੇਜਾ ਜਿਹੜਾ ਹੈ ਉਹ ਆਪਣੇ ਮਨ ਦੇ ਵਿੱਚ ਗੱਡਿਆ ਹੋਇਆ ਹੈ। ਮਨ ਸ਼ਬਦ ਗੁਰ ਨੇਜਾ ਗੱਡਿਓ। ਮਨ ਦੇ ਨੰਦੇ ਨੂੰ ਸਿਆਰੀ, ਮਨ ਦੇ ਅੰਦਰ ਸ਼ਬਦ ਦੇ ਦੱਦੇ ਨੂੰ ਸਿਆਰੀ, ਸ਼ਬਦ ਦੇ ਰਾਹੀਂ ਗੁਰੂ ਜੀ ਨੇ ਨੇਜਾ ਗੱਡਿਆ ਹੋਇਆ ਹੈ। ਇਸ ਦਾ ਮਾਨੋ ਨੇਜਾ ਕੱਢ ਕੇ ਤੇ ਫਿਰ ਇਸ ਨੇਜੇ ਦੇ ਸਾਹਮਣੇ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ। ਇਸ ਨੇਜੇ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਤੇ ਅਪਤ ਦਾ ਅਰਥ ਹੈ ਆਪਣਾਪਨ, ਭਾਵ ਅਹੰਕਾਰ। ਹੰਕਾਰ ਤੋਂ ਇਹ ਪੰਜੋ ਵਿਕਾਰਾਂ ਦਾ ਵਰਣਨ ਭੱਟ ਜੀ ਨੇ ਕੀਤਾ ਹੈ। तो लफज अहंकार की जगह से अपत वरत्या है अपनापन। पंचदूत ये पंजो विकार विखंडियो, विखंडियो का मतलब है नाश कर दिते, है ढेरी कर दिते। अगे फरमाते हैं लो पुहाल तेजो तना निरपत नाथ नानक भर। लो पुहाल, भलो भलियां दी, पुहाल पुहाल ਦਾ ਅਰਥ ਹੁੰਦਾ ਹੈ ਜਿਹੜੇ ਧਰਤੀ ਦੇ ਮਾਲਕ ਹੁੰਦੇ ਹਨ, ਜਿਨ੍ਹਾਂ ਦੇ ਕੋਲ ਧਰਤੀ ਦਾ ਕਬਜ਼ਾ ਹੁੰਦਾ ਹੈ। ਭੱਲੋ ਪੁਹਾਲ ਭਾਵ ਰਾਜੇ ਜਾਂ ਜਗੀਰ ਵੱਡੇ ਵੱਡੇ ਜਗੀਰਦਾਰ ਜਾਂ ਸਰਮਾਏਦਾਰ। ਭੱਲੋ ਪੁਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ। ਗੁਰੂ ਅਮਰਦਾਸ ਜੀ ਦੇ ਬਾਰੇ ਗੱਲ ਕਰਦੇ ਹੋਏ ਭੱਟਸਲ ਜੀ ਕਹਿੰਦੇ ਹਨ ਕਿ ਭੱਲਿਆਂ ਦੀ ਉੱਚੀ ਕੁੱਲ ਦੇ ਵਿੱਚ ਤੇਜੋ ਤਨਾ, ਤੇਜਪਾਨ ਜੀ ਦਾ ਪੁੱਤਰ, ਤਨਾ ਦਾ ਅਰਥ ਹੈ ਪੁੱਤਰ, ਤੇਜੋ ਤੇਜਪਾਨ ਜੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਸੀਗਾ। तो तेजपान जी के पुत्र तुसीं भलियां दी कुल दे विच शिरोमणी हो ਅਤੇ ਨਿਰਪਤ ਨਾਥ ਨਾਨਕ ਬਰ। ਗੁਰੂ ਨਾਨਕ ਦੇਵ ਜੀ ਦੇ ਵਰ ਦੇ ਨਾਲ ਤੁਸੀਂ ਰਾਜਿਆਂ ਦੇ ਵੀ ਰਾਜੇ ਹੋ। ਨਿਰਪਤ ਨਾਥ ਨਾਨਕ ਬਰ, ਬਰ ਬਰ ਦਾ ਅਰਥ ਹੈ ਵਰ ਤੇ ਰਾਰੇ ਨੂੰ ਸਿਆਰੀ ਹੈ ਵਰ ਦੇ ਸਦਕਾ। ਨਾਨਕ ਬਰ ਗੁਰੂ ਨਾਨਕ ਦੇਵ ਜੀ ਦੇ ਵਰ ਸਦਕਾ, ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਦੇ ਸਦਕਾ ਤੁਸੀਂ ਭੱਲਿਆਂ ਦੀ ਕੁੱਲ ਵਿੱਚ ਪੈਦਾ ਹੋ ਕੇ ਤੁਸੀਂ ਗੁਰੂ ਨਾਨਕ ਦੀ ਬਖਸ਼ਿਸ਼ ਦੇ ਨਾਲ ਰਾਜਿਆਂ ਦੇ ਵੀ राजे हो। गुरु अमरदास सच सल भन तै दल जितो इव युद्ध कर। हे गुरु अमरदास जी, सल कवि ये आखदा है सल भन, भन का अर्थ हुंदा है उचारना, बोलना। तुसी तै दल जितो इव युद्ध कर, इस तरीके दे नाल युद्ध करके तुसी ये विकारां दा दल जिहड़ा है वो ਉਹਨਾਂ ਦਾ ਜਿਹੜਾ ਗਰੁੱਪ ਹੈ ਉਹਨੂੰ ਤੁਸੀਂ ਜਿੱਤ ਲਿਆ ਹੈ। ਕਿਵੇਂ ਜਿੱਤ ਲਿਆ ਹੈ ਉਹ ਉੱਪਰ ਵਰਣਨ ਕੀਤਾ ਹੈ ਕਿ ਤੁਸੀਂ ਸਮਾਧੀ ਰੂਪੀ ਸੰਜੋਗ ਪਾਈ ਹੈ, ਗਿਆਨ ਦੇ ਰੂਪੀ ਘੋੜੇ ਤੇ ਸਵਾਰ ਹੋ ਕੇ ਆਪਣਾ ਆਸਣ ਬਣਾਇਆ ਹੈ, ਧਰਮ ਦਾ ਧਨੁਸ਼ ਤੁਹਾਡੇ ਹੱਥ ਵਿੱਚ ਹੈ, ਭਗਤਾਂ ਦਾ ਸ਼ੀਲ ਸੁਭਾਅ ਤੁਹਾਡੇ ਤੀਰ ਹਨ
ਅਤੇ ਪ੍ਰਮਾਤਮਾ ਦੇ ਭੈ ਨੂੰ ਹਿਰਦੇ 'ਚ ਵਸਾ ਕੇ ਉਹਦਾ ਤੁਸੀਂ ਨੇਜਾ ਗੱਡਿਆ, ਉਸ ਨੇਜੇ ਦੇ ਨਾਲ ਤੁਸੀਂ ਇਹਨਾਂ ਪੰਜਾਂ ਦੂਤਾਂ ਨੂੰ ਨਾਸ਼ ਕਰ ਦਿੱਤਾ ਹੈ। ਤੇ ਗੁਰੂ ਨਾਨਕ ਦੀ ਜੋ ਬਖਸ਼ਿਸ਼ ਸਦਕਾ ਤੁਹਾਡੇ ਤੇ ਜੋ ਬਖਸ਼ਿਸ਼ ਹੋਈ ਹੈ, ਇਸ ਦੁਨੀਆ ਦੇ ਤੁਸੀਂ ਰਾਜਿਆਂ ਦੇ ਰਾਜੇ ਹੋ। ਤੇ ਸਲ ਪੱਟ ਇਹ ਗੱਲ ਆਖਦਾ ਹੈ, ਇਹ ਗੁਰੂ ਅਮਰਦਾਸ ਜੀ, ਤੁਸੀਂ ਇਸ ਤਰੀਕੇ ਦੇ ਨਾਲ ਇਹ ਵਿਕਾਰਾਂ ਦੇ ਉੱਤੇ ਹੱਲਾ ਕਰਕੇ ਇਹਨਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ। ਇਹਨਾਂ ਦੇ ਵਿਕਾਰਾਂ ਦੇ ਜੋ ਦਲ ਹੈ, ਇਸ ਨੂੰ ਤੁਸੀਂ ਹਰਾ ਕੇ ਇਹ ਯੁੱਧ ਕਰਕੇ ਇਹਨਾਂ ਤੋਂ ਜਿੱਤ ਪ੍ਰਾਪਤ ਕੀਤੀ ਹੈ। ਅਗਲਾ ਸਵਈਆ ਜਿਹੜਾ ਹੈ ਉਹ ਅਟਕ ਭੱਲ ਜੀ ਦਾ ਹੈ, ਇੱਕ ਸਵਈਆ। ਸਲ ਜੀ ਦਾ ਵੀ ਇੱਕ ਹੀ ਹੈ ਤੇ ਭੱਲ ਜੀ ਦਾ ਵੀ ਇੱਕ ਸਵਈਆ ਹੈ। ਔਰ ਇਹ ਸਵਈਆ ਆਮ ਗੁਰੂ ਅਮਰਦਾਸ ਜੀ ਦੀ ਵਡਿਆਈ ਦੇ ਵਿੱਚ ਉਹਨਾਂ ਦੇ ਗੁਰਪੁਰਬ ਦੇ ਉੱਤੇ ਰਾਗੀ ਸਿੰਘ ਦਾ ਬਹੁਤ ਕੀਰਤਨ ਕਰਦੇ ਹਨ। ਘਰ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ किरण उदर सागर को, गंग तरंग अंत को पावै, रुद्र ध्यान ज्ञान सतगुर के, कब जन पल उन्हें जुगावै, भले अमरदास गुण तेरे, तेरी उपमा दोहे बने आवे। तो गुरु अमरदास जी की वडियाई करदे होया पट भल जी आखदे हन, कनहर बूंद बसो रोमावल। कनहर का अर्थ होंदा है बदल, बूंद बदलों दियां बूंदां, बसो का अर्थ है बसुदा यानी कि पृथ्वी धरती, रोमावल, रोमावल का अर्थ होंदा है रोमां दी पंक्ति, रोमां दी लड़ी। ये इशारा है बनस्पति वाल, जिवें धरती के उत्ते वड्डे वड्डे खेतों के अंदर फसलां लगियां होईयां होण, कनक दे होवे जां झोना होवे जां होर कोई खेत भरे हुए होण, तां इहो लगदा है कि जिवें ਉਹਨਾਂ ਦੀਆਂ ਟਹਿਣੀਆਂ ਦੀਆਂ ਜਾਂ ਉਹਨਾਂ ਦੇ ਸਿੱਟਿਆਂ ਦੀਆਂ ਲੜੀਆਂ ਦੀਆਂ ਲੜੀਆਂ ਭਰੀਆਂ ਪਈਆਂ ਹਨ ਧਰਤੀ ਦੇ ਉੱਤੇ। ਤੇ ਉਹਨੂੰ ਉਹਦੇ ਵਾਸਤੇ ਲਫ਼ਜ਼ ਭੱਟ ਜੀ ਨੇ ਰੋਮਾਵਲ ਵਰਤ ਲਿਆ ਹੈ ਕਿ ਭਰਪੂਰ, ਜਿਸ ਤਰ੍ਹਾਂ ਧਰਤੀ ਇਹਨਾਂ ਬਨਸਪਤੀ ਦੇ ਨਾਲ ਭਰੀ ਹੁੰਦੀ ਹੈ। ਕੁਸਮ ਦਾ ਅਰਥ ਹੁੰਦਾ ਫੁੱਲ, ਬਸੰਤ, ਬਸੰਤ ਰੁੱਤ ਦੀ ਗੱਲ ਹੋ ਰਹੀ ਹੈ। ਗਨੰਤ ਦਾ ਅਰਥ ਹੈ ਗਿਣਤੀ। तो ਭੱਟ ਜੀ ਫਰਮਾਉਂਦੇ ਹਨ ਕਿ ਬਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਰੁੱਤ ਦੇ ਫੁੱਲ, ਗਨੰਤ ਨਾ ਆਵੇ, ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਇੰਨੀ ਜ਼ਿਆਦਾ ਗਿਣਤੀ ਵਿੱਚ ਹੁੰਦੀਆਂ ਹਨ। ਜਦੋਂ ਬਰਸਾਤ ਹੁੰਦੀ ਹੈ ਤਾਂ ਹੁਣ ਕਿੰਨੀਆਂ ਬੂੰਦਾਂ ਪੈ ਰਹੀਆਂ ਹਨ, ਉਹਦੀ ਗਿਣਤੀ ਕੌਣ ਕਰ ਸਕਦਾ ਹੈ। ਸਾਰੀ ਧਰਤੀ ਦੇ ਉੱਤੇ ਕਿੰਨੀ ਬਨਸਪਤੀ ਹੈ, ਕਿੰਨੇ ਫਲ ਬੂਟੇ ਪੌਦੇ ਹਨ, ਫਸਲਾਂ ਹਨ, ਉਹਨਾਂ ਸਾਰਿਆਂ ਦੇ ਸਿੱਟਿਆਂ ਦੀਆਂ, ਸਾਰੇ ਫੁੱਲਾਂ ਦੀਆਂ, ਸਾਰੀ ਟਹਿਣੀਆਂ ਦੀਆਂ ਕੌਣ ਗਿਣਤੀ ਕਰ ਸਕਦਾ ਹੈ। ਆਹ ਨਾਮੁਮਕਿਨ ਹੈ। ਬਸੰਤ ਦੀ ਰੁੱਤ 'ਚ ਕਿੰਨੇ ਫੁੱਲ ਖਿੜਦੇ ਹਨ, ਕੌਣ ਗਿਣਤੀ ਕਰ ਸਕਦਾ ਹੈ। ਉਹ ਇੱਕ ਕੰਪੈਰੀਟਿਵ ਜੋ ਹੈ ਅਲੰਕਾਰ ਵਰਤ ਰਹੇ ਹਨ ਭੱਟ ਜੀ ਗੁਰੂ ਅਮਰਦਾਸ ਦੀ ਵਡਿਆਈ ਕਰਨ ਵਾਸਤੇ ਕਿ ਇਹਨਾਂ ਚੀਜ਼ਾਂ ਦੀ ਦੇਖੋ ਬਹੁਤਾਤ ਹੁੰਦੀ ਹੈ, ਗਿਣਤੀ ਕਰਨੀ ਬੜੀ ਮੁਸ਼ਕਲ ਹੈ। ਬਦਲਾਂ ਦੀਆਂ ਬੂੰਦਾਂ, ਧਰਤੀ ਦੀ ਬਨਸਪਤੀ ਤੇ ਬਸੰਤ ਰੁੱਤ ਦੇ 'ਚ ਫੁੱਲਾਂ ਦੀ ਗਿਣਤੀ ਕਰਨੀ ਬੜੀ ਔਖੀ ਹੁੰਦੀ ਹੈ। ਫਿਰ ਅੱਗੇ ਹੋਰ ਮਿਸਾਲ ਦਿੰਦੇ ਹਨ, ਰਵ ਸਸ ਕਿਰਨ। ਰਵ ਦਾ ਅਰਥ ਹੈ ਸੂਰਜ, ਸਸ ਦਾ ਅਰਥ ਹੈ ਚੰਦਰਮਾ, ਕਿ ਚੰਦਰਮਾ ਦੀਆਂ ਅਤੇ ਸੂਰਜ ਦੀਆਂ ਕਿਰਨਾਂ, ਇਹਨਾਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੈ ਜਾਂ ਇਹਨਾਂ ਦਾ ਅੰਤ ਪਾਉਣਾ ਮੁਸ਼ਕਲ ਹੈ। ਉਦਰ ਸਾਗਰ, ਸਾਗਰ ਦੀ ਗਹਿਰਾਈ ਕਿੰਨੀ ਹੈ, ਸਾਗਰ ਦਾ ਪੇਟ ਕਿੰਨਾ ਡੂੰਘਾ ਹੈ, ਇਹਦਾ ਵੀ ਅੰਤ ਪਾਉਣਾ ਕੋਈ ਸੌਖੀ ਖੇਡ ਨਹੀਂ ਹੈ। ਕਿੰਨਾ ਕੁ ਉਹਦਾ ਸਾਗਰ ਗਹਿਰਾ ਹੈ। ਫਿਰ ਗੰਗ ਤਰੰਗ, ਗੰਗਾ ਦੀਆਂ ਤਰੰਗਾਂ ਦੀਆਂ ਲਹਿਰਾਂ ਕੌਣ ਪਾ ਸਕਦਾ ਹੈ, ਇਹਦਾ ਅੰਤ ਕੌਣ ਪਾ ਸਕਦਾ ਹੈ। ਭਾਵ ਇਹ ਸਾਰੀਆਂ ਬਹੁਤਾਤ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਅੰਦਾਜ਼ਾ ਲਗਾਉਣਾ ਕੋਈ ਸੌਖੀ ਖੇਡ ਨਹੀਂ ਹੈ। ਪਰ ਉਹ ਫਿਰ ਭੱਟ ਜੀ ਕਹਿੰਦੇ ਹਨ ਕਿ ਰੁਦਰ ਧਿਆਨ ਗਿਆਨ ਸਤਗੁਰ ਕੇ, ਕਬ ਜਨ ਭਲ ਉਹਨੇ ਜੁਗਾਵੇ। ਕਹਿੰਦੇ ਹਨ ਪਰ ਫਿਰ ਵੀ ਮੁਮਕਿਨ ਹੈ ਕਿ ਰੁਦਰ ਧਿਆਨ, ਰੁਦਰ ਦਾ ਅਰਥ ਹੈ ਸ਼ਿਵ ਜੀ, ਸ਼ਿਵ ਜੀ ਦਾ ਧਿਆਨ ਸਮਾਧੀ ਜਿਹੜੀ ਹੈ ਨਾ ਉਹ ਬੜੀ ਮਸ਼ਹੂਰ ਹੈ ਕਿ ਵੀ ਉਹਨਾਂ ਦੀ ਬੜੀ ਗਹਿਰੀ ਸਮਾਧੀ ਹੁੰਦੀ ਸੀ। ਉਹਨਾਂ ਵਰਗੀ ਕੰਸੈਂਟਰੇਸ਼ਨ ਮਤਲਬ ਇਹਨਾਂ ਦੇ ਜੋ ਪੁਰਾਣੇ ਭਾਰਤੀ ਲਿਟਰੇਚਰ ਵਿੱਚ ਹੈ ਇਹ ਗੱਲ ਮੰਨੀ ਹੋਈ ਹੈ ਕਿ ਸ਼ਿਵ ਜੀ ਵਰਗਾ ਧਿਆਨ ਕੋਈ ਨਹੀਂ ਲਗਾ ਸਕਦਾ। ਤਾਂ ਉਹਦਾ ਮਿਸਾਲ ਦੇ ਕੇ ਭੱਟ ਜੀ ਕਹਿੰਦੇ ਹਨ ਕਿ ਰੁਦਰ ਧਿਆਨ ਗਿਆਨ ਸਤਗੁਰ ਕੋ, ਤੇ ਸ਼ਿਵ ਜੀ ਵਰਗੀ ਸਮਾਧੀ ਲਗਾ ਕੇ ਧਿਆਨ ਜੋੜ ਕੇ ਤੇ ਗੁਰੂ ਦੇ ਗਿਆਨ ਦੇ ਰਾਹੀਂ ਕਿਸੇ ਬਹੁਤ ਹੀ
ਬਖਸ਼ੇ ਗਿਆਨ ਭਰਪੂਰ ਸੱਚੇ ਗੁਰੂ ਦੇ ਗਿਆਨ ਦਾ ਸਦਕਾ ਕਬ ਜਨ ਭਲ ਉਹਨੇ ਜੋ ਗਾਵੇ। ਜਿਹੜੀ ਮੈਂ ਉੱਪਰ ਗੱਲਾਂ ਬਿਆਨ ਕੀਤੀਆਂ ਨੇ, ਭਾਵ ਬੱਦਲ ਦੀਆਂ ਬੂੰਦਾਂ, ਬਨਸਪਤੀ ਤੇ ਬਸੰਤ ਰੁੱਤ ਦੇ ਫੁੱਲ, ਸੂਰਜ ਤੇ ਚੰਦਰਮਾ ਦੀ ਕਿਰਨਾਂ, ਸਾਗਰ ਦੀ ਗਹਿਰਾਈ, ਗੰਗਾ ਦੀਆਂ ਤਰੰਗਾਂ, ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਅੰਦਾਜ਼ਾ ਲਗਾ ਲਵੇ, ਕੋਈ ਅੰਤ ਪਾ ਵੀ ਲਵੇ, ਕੋਈ ਉਹਨਾਂ ਨੂੰ ਗਾ ਲਵੇ, ਉਹਨਾਂ ਦੀ ਵਡਿਆਈ ਪੂਰੀ ਸਮਝਾ ਦੇਵੇ ਕਿ ਵੀ ਕਿੰਨੇ ਗੁਣ ਨੇ। ਭਲ ਕਵੀ ਕਹਿੰਦਾ ਹੈ ਕਿ शिव जी वर्गा ध्यान जोड़ के ते गुरु दी बख्शिश सदका ये मुमकिन है कि कोई इन्हां दे बारे इन्हां दी वडियाई बयान कर सके। पर हे गुरु अमरदास भले अमरदास गुण तेरे तेरी उपमा तोहे बनावे। हे अमरदास जी ਤੁਹਾਡੀ ਉਪਮਾ ਜਿਹੜੀ ਹੈ, ਤੁਹਾਡੇ ਇੰਨੇ ਗੁਣ ਹਨ ਕਿ ਤੁਹਾਡੀ ਉਪਮਾ ਸਿਰਫ ਤੁਸੀਂ ਤੁਹਾਡੇ ਵਰਗੀ ਹੀ ਹੈ। ਤੁਹਾਡੇ ਜੇ ਤੁਸੀਂ ਕੇਵਲ ਆਪ ਹੀ ਹੋ, ਤੁਹਾਡੀ ਉਪਮਾ ਕਿਸੇ ਹੋਰ ਚੀਜ਼ ਨਾਲ ਦਿੱਤੀ ਨਹੀਂ ਜਾ ਸਕਦੀ। ਆਮ ਤੌਰ ਤੇ ਕਈ ਵਾਰੀ ਕੀ ਹੁੰਦਾ ਨਾ, ਕਿਸੇ ਨੂੰ ਪੁੱਛਿਆ ਜਾਵੇ ਕਿ ਬਈ ਅਸਮਾਨ ਤੇ ਤਾਰੇ ਕਿੰਨੇ ਨੇ, ਤੇ ਉਹ ਬੰਦਾ ਨਾ ਕੋਈ ਹੋਰ ਐਵੇਂ ਟੋਟਕਾ ਛੱਡ ਦਿੰਦਾ ਹੈ, ਜਿੰਨੇ ਮੇਰੇ ਸਿਰ ਦੇ ਵਾਲ ਨੇ ਉਹਨੇ ਅਸਮਾਨ ਦੇ ਤਾਰੇ ਨੇ, ਜਾਂ ਕੋਈ ਹੋਰ ਐਵੇਂ ਜੀ ਛੱਡ ਦੇਗਾ ਵੀ ਜਿੰਨੇ ਧਰਤੀ ਦੇ ਜਿੰਨੇ ਸਮੁੰਦਰ ਦੇ ਕਿਨਾਰੇ ਰੇਤ ਦੇ ਕਣਕੇ ਨੇ ਉਹਨੇ ਤਾਰੇ ਨੇ। ਕੋਈ ਵੀ ਕੰਪੈਰੀਜ਼ਨ ਵਿੱਚ ਗੱਲ ਕਰ ਸਕਦਾ ਵੀ ਬੰਦਾ ਕਹੇਗਾ ਚਲੋ ਹਾਂ ਥੋੜੀ ਬਹੁਤੀ ਗੱਲ ਮਿਲਦੀ ਹੈ। ਪਰ ਭੱਟ ਜੀ ਕਹਿੰਦੇ ਹਨ ਕਿ ਜੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੀ ਗਿਣਤੀ ਕਰਨੀ ਬੜੀ ਔਖੀ ਹੈ, ਬੱਦਲਾਂ ਦੀਆਂ ਬੂੰਦਾਂ, ਧਰਤੀ ਦੀ ਬਨਸਪਤੀ, ਬਸੰਤ ਰੁੱਤ ਦੇ ਫੁੱਲ, ਸੂਰਜ ਤੇ ਚੰਦਰਮਾ ਦੀ ਕਿਰਨਾਂ, ਸਮੁੰਦਰ ਦੀ ਗਹਿਰਾਈ, ਗੰਗਾ ਦੀਆਂ ਤਰੰਗਾਂ, ਲਹਿਰਾਂ, ਇਹ ਸਭ ਫਿਰ ਵੀ ਚਲੋ ਕੋਈ शिव जी ਵਰਗਾ ਧਿਆਨ ਜੋੜ ਕੇ ਗੁਰੂ ਦੀ ਸਿੱਖਿਆ ਦੁਆਰਾ ਕੋਈ ਇਹਨਾਂ ਦੀ ਗਿਣਤੀ ਕਰ ਵੀ ਲਵੇ, ਇਹਨਾਂ ਦੇ ਗੁਣ ਗਾ ਲਵੇ। ਪਰ हे ਗੁਰੂ ਅਮਰਦਾਸ ਜੀ ਤੁਹਾਡੇ ਇਤਨੇ ਗੁਣ ਹਨ, ਇੰਨੀਆਂ ਵਡਿਆਈਆਂ ਹਨ, ਤੁਹਾਡੇ ਜੇ ਤੁਸੀਂ ਕੇਵਲ ਆਪ ਹੀ ਹੋ, ਤੁਹਾਡੀ ਉਪਮਾ ਹੋਰ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ। ਜਿਵੇਂ ਜੇ ਤੁਸੀਂ ਹੋ, ਤੁਹਾਡੇ ਗੁਣ ਕੇਵਲ ਤੇ ਕੇਵਲ ਤੁਹਾਡੇ ਕੋਲ ਹੀ ਹਨ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਇਹ ਸੋਈਆ ਜਿਹੜਾ ਹੈ, ਅਖੀਰਲਾ ਸੋਈਆ ਹੈ, ਸੋਈਆ ਮਹਲੇ ਤੀਜੇ ਦਾ। ਅਖੀਰ ਦੇ ਉੱਤੇ ਅੰਕ 1 ਹੈ, ਜੋ ਕਿ ਇੱਕ ਕਹਿੰਦਾ ਹੈ ਇਹ ਭੱਟ ਜੀ ਦਾ ਇੱਕੋ ਇੱਕ ਸੋਈਆ ਹੈ, ਤੇ 22 ਦਾ अर्थ है कि सोइया महले तीजे के जे 22वां सोइया है। कुल सोइया महले तीजे के गिनती ਵਿੱਚ 22 ਹਨ। 9 सोइये ਭੱਟ ਖਾਲਸਾ ਹਾਰ ਜੀ ਦੇ ਸਨ, 5 ਭੱਟ ਜਾਲਪ ਜੀ ਦੇ, 4 ਭੱਟ ਤੀਰਥ ਜੀ ਦੇ, 2 ਭਿੱਖੇ ਜੀ ਦੇ, 1 ਸਲ, 1 ਭਲ। ਇਸ ਤਰ੍ਹਾਂ ਟੋਟਲ 22 सोइये महले तीजे के ਹਨ। ਹੁਣ ਇਸ ਤੋਂ ਅੱਗੇ ਜੋ ਹਨ सोइये महले चौथे के ਆਰੰਭ ਹੋਣਗੇ, ਜਿਨ੍ਹਾਂ ਦੀ ਗਿਣਤੀ 60 ਹੈ। तो ये ਹੁਣ ਕੱਲ ਤੋਂ ਅਸੀਂ सोइये महले चौथे के ਵਿਚਾਰ ਆਰੰਭ ਕਰਾਂਗੇ। ਅੱਜ ਦੀ ਵਿਚਾਰ ਨਾਲ ਸੰਬੰਧਿਤ ਆਪ ਜੀ ਦਾ ਕਿਸੇ ਦਾ ਕੋਈ ਸਵਾਲ ਜਾਂ ਕੋਈ ਸੁਝਾਅ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਗੱਲ ਕਰ ਸਕਦੇ ਹੋ ਜੀ। ਹੋਈਆਂ ਭੁੱਲਾਂ ਲਈ ਆਪ ਜੀ ਪਾਸੋਂ ਖਿਮਾ ਤੇ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ